ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਬੰਦੋ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕੀ ਫਤਿਹ ਹੈ ਦੋਹਰਾ ਗੁਰੂ ਐਸੇ ਸਤਿਗੁਰ ਵਾਸਤੇ ਲਹਿਤ ਜੀਵ ਕਲਿਆਣਾ ਜਸ ਦੇ ਕਦ ਅਧਿਕਾਰ ਜਾਣਾ ਦਸ ਉਪਦੇਸ਼ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਆਪਾਂ ਕੁਝ ਗੁਰੂ ਨਾਨਕ ਦੇ ਗੁਰਸਿੱਖੀ ਦੇ ਸਖੋਲ ਵਿੱਚ ਗੁਰਮਤਿ ਵਿੱਚ ਕਿਵੇਂ ਜਿਉਣਾ ਹੈ, ਇਹ ਅਧਿਆਤਮਕ ਵਿਚਾਰਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਾਸੋਂ ਸੁਣ ਰਹੇ ਹਾਂ। ਅਧਿਆਇਆ ਅਗਲਾ ਚੱਲਦਾ ਹੈ, ਨਵੀਂ ਕਥਾ ਚੱਲੀ ਹੈ। ਨਵੀਂ ਜੋ ਵਿਚਾਰ ਹੈ ਭਾਈ ਸਾਹਿਬ ਜੀ ਦੇ ਰਹੇ ਹਨ। ਗੁਰਮਤਿ ਦੇ ਸਾਧਨਾ ਦਾ ਵਰਣਨ 46ਵਾਂ ਅਧਿਆਇਆ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ। ਫਿਰ ਅੱਗੇ ਦੱਸਣਗੇ ਅਧਿਕਾਰੀ ਕੌਣ ਹੈ, ਜਿਹਨੂੰ ਗੁਰੂ ਜਿਹੜਾ ਹੈ ਉਹ ਨਾਮ ਦੀ ਦਾਤ ਦਿੰਦਾ, ਭਾਵ ਅਧਿਕਾਰੀ ਕਿਵੇਂ ਬਣਿਆ ਜਾ ਸਕਦਾ ਹੈ ਨਾਮ ਦਾ। ਇਹ ਵਿਚਾਰਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਐਸੇ ਸਤਿਗੁਰ ਵਾਸਤੇ ਲਹਿਤ ਜੀਵ ਕਲਿਆਣਾ। ਤਾਂ ਗੁਰੂ ਕਿਹੋ ਜਿਹਾ ਹੋਵੇ, ਕੱਲ੍ਹ ਆਪਾਂ ਸਰਵਣ ਕੀਤਾ ਸੀ। ਭਾਈ ਸਾਹਿਬ ਜੀ ਨੇ ਸੰਪੂਰਨ ਵਾਰਤਾ ਪੂਰੀ ਕਰਨ ਤੋਂ ਬਾਅਦ ਦੱਸਿਆ, ਜਾਂ ਤੇ ਸੁਣੋ ਖਾਲਸਾ ਸ਼੍ਰੋਣ ਹਮਰੇ ਗੁਰੂ ਸਗਲ ਗੁਣ ਪਾਉਣ। ਤਾਂ ਤੇ ਸਾਧ ਸੰਗਤ ਜੀ, ਖਾਲਸਾ ਜੀ, ਸਾਡਾ ਜਿਹੜਾ ਗੁਰੂ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਇਹ ਸਾਰੇ ਗੁਣਾਂ ਦਾ ਘਰ ਹੈ, ਖਜ਼ਾਨਾ ਹੈ। ਸ਼ਰੋਤੀ ਬ੍ਰਹਮਨੇਸ਼ਟੀ ਹਿਤਕਾਰੀ ਕਿਰਪਾਲੂ ਦਿਆਲੂ, ਸਾਡਾ ਹਿਤ ਚਾਹੁਣ ਵਾਲਾ ਹੈ। ਫਿਰ ਕਿਉਂ ਨਾ ਇਹੋ ਜਿਹੇ ਗੁਰੂ ਦੇ ਲੜ ਲੱਗੀਏ, ਸਾਨੂੰ ਭਟਕਣ ਦੀ ਲੋੜ ਨਹੀਂ ਹੈ। ਜਾ ਕਾ ਸਾਹਿਬ ਏਵਡ ਹੋਏ ਸੋ ਜਨ ਪਰ ਕਰ ਜਾਤ ਨ ਸੋਏ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਣ ਨਾ ਬੀਆ ਤੇਰੀ ਸੰਸਰ। ਤੈਨੂੰ ਛੱਡ ਕੇ ਕਿੱਥੇ ਜਾਈਏ, ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤਾਂ ਭਾਈ ਸਾਹਿਬ ਜੀ ਕਹਿ ਰਹੇ ਹਨ,
ਕਹਿੰਦੇ ਐਸੇ ਸਤਿਗੁਰ ਦੇ ਕੋਲੋਂ ਹੀ ਜੀਵ ਦਾ ਕਲਿਆਣ ਹੋ ਸਕਦਾ ਹੈ। ਜਸ ਦੇਖਤ ਅਧਿਕਾਰ ਜਨ ਤਸ ਉਪਦੇਸ਼ ਬਖਾਨ। ਤੋ ਸਾਡੇ ਸਤਿਗੁਰੂ ਜਿਹੜੇ ਹਨ ਸਰਬ ਕਲਾ ਸਮਰੱਥ, ਔਰ ਇਹ ਮਨੁੱਖ ਨੂੰ ਵੇਖਦੇ ਆ ਕਿ ਇਹਨੂੰ ਗਿਆਨ ਕਿਵੇਂ ਹੋ ਸਕਦਾ। ਸਭ ਨੂੰ ਗਿਆਨ ਕਰਾਉਣ ਦਾ ਅਲੱਗ-ਅਲੱਗ ਢੰਗ ਹੋ ਸਕਦਾ। ਕਿਸੇ ਨੂੰ ਕਿਵੇਂ ਸਮਝ ਆਊ, ਕਿਸੇ ਨੂੰ ਕਿਵੇਂ ਆਊ, ਕਿਸੇ ਨੂੰ ਬਹੁਤ ਉਦਾਹਰਨਾਂ ਦੇਣੀਆਂ ਪੈਣਗੀਆਂ। ਕੋਈ ਗੁਰੂ ਪਿਆਰੋ ਰਮਜ ਦੇ ਨਾਲ ਹੀ ਸਮਝ ਜਾਂਦਾ। ਜ਼ਿਆਦਾਤਰ ਮਹਾਂਪੁਰਸ਼ ਰਮਜਾਂ ਹੀ ਦੱਸਦੇ ਆ, ਪਰ ਜਿਹਨੂੰ ਨਹੀਂ ਸਮਝ ਆਉਂਦੀ ਸਮਝਾਉਣਾ ਜ਼ਰੂਰੀ ਹੈ। ਅਤੇ ਉੱਥੇ ਵੀ ਫਿਰ ਮਹਾਂਪੁਰਸ਼ ਜਾਂ ਸਤਿਗੁਰ ਦੇ ਪਿਆਰੇ ਜਾਂ ਸਤਿਗੁਰੂ ਉਹੋ ਜਿਹਾ ਕੌਤਕ ਕਰਦੇ ਆ। ਜਿਸ ਤਰ੍ਹਾਂ ਅੰਮ੍ਰਿਤ ਦੀ ਦਾਤ ਦੇਣੀ ਸੀ ਸਿੱਖ ਸੰਗਤਾਂ ਨੂੰ 10ਵੇਂ ਪਾਤਸ਼ਾਹ ਜੀ ਨੇ, ਅਤੇ ਉਸ ਅੰਮ੍ਰਿਤ ਦਾ ਮੁੱਲ ਦੱਸਣ ਵਾਸਤੇ ਸਤਿਗੁਰ ਨੇ ਕਿੱਡਾ ਕੌਤਕ ਕੀਤਾ। ਪਹਿਲਾਂ ਸੀਸ ਮੰਗੇ, ਫਿਰ ਸੀਸ ਮੰਗ ਕੇ ਫਿਰ ਉਸ ਅੰਮ੍ਰਿਤ ਦੇ ਬਾਰੇ ਦੱਸਣਾ ਕੀਤਾ ਵੀ ਇਸ ਅੰਮ੍ਰਿਤ ਵਿੱਚ ਕਿੰਨੀ ਪਾਵਰ ਹੈ। ਇਹ ਸਾਡੀਆਂ ਮੁਰਦਿਆਂ ਨੂੰ ਜਿਉਂਦੇ ਕਰ ਸਕਦਾ, ਮੁਰਦੀਆਂ ਮਰੀਆਂ ਹੋਈਆਂ ਰੂਹਾਂ ਨੂੰ, ਆਤਮਾਵਾਂ ਨੂੰ ਜਗਾ ਸਕਦਾ ਹੈ ਸਾਡੀ ਅੰਦਰ ਜਾ ਕੇ। ਔਰ ਫਿਰ ਉਸ ਅੰਮ੍ਰਿਤ ਦਾ ਮੁੱਲ ਕੀ ਦੱਸਿਆ। ਦਇਆ ਸਿੰਘ ਜੀ ਕਹਿੰਦੇ ਫਿਰ ਅਸੀਂ ਤਾਂ ਸਿਰ ਦੇ ਕੇ ਲਿਆ, ਤੁਸੀਂ ਕੀ ਦਿਓਗੇ। ਪਾਤਸ਼ਾਹ ਕਹਿੰਦੇ ਇਹਦਾ ਮੁੱਲ ਇੱਕ ਸਿਰ ਵੀ ਨਹੀਂ ਹੈਗਾ, ਇਹਦਾ ਕੋਈ ਮੁੱਲ ਨਹੀਂ ਆ। ਅਮੁੱਲ ਗੁਣ ਅਮੁੱਲ ਵਪਾਰ ਜਪਜੀ ਸਾਹਿਬ ਦੀ ਪੌੜੀ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਤੁਸੀਂ ਇੱਕ ਸਿਰ ਦਿੱਤਾ ਹੈ ਅਤੇ ਮੈਂ ਸਰਵੰਸ ਹੀ ਵਾਰ ਦੇਵਾਂਗਾ, ਪਰ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਮੈਨੂੰ ਅਮਰ ਦੀ ਦਾਤ ਦਿਓ, ਮੈਂ ਪੂਰਾ ਪਰਿਵਾਰ ਵਾਰ ਦੂੰਗਾ। ਤਾਂ ਇਹਦਾ ਮਤਲਬ ਕੀ ਹੈ। ਇਹ ਸਮਝਾਉਣਾ ਕਿ ਇਹ ਜੋ ਗੁਰੂ ਦਾਤ ਦਿੰਦਾ ਇਸ ਦੀ ਪਾਵਰ ਕੀ ਹੈ, ਇਹਦਾ ਮੁੱਲ ਕੀ ਹੈ, ਇਹ ਕਿਵੇਂ ਮਿਲਦਾ। ਸੰਸਾਰੀ ਬੰਦਾ ਕਹਿੰਦਾ ਮੈਂ ਸੁਣਿਆ ਤੇਰੇ ਸਕੂਲ ਅੰਦਰ ਲੱਗਦੀ ਫੀਸ ਕੋਈ ਨਾ, ਜਦੋਂ ਵੇਖਿਆ ਵਿੱਚ ਕਲਾਸ ਵੜ ਕੇ ਪੜ੍ਹਨ ਵਾਲਿਆਂ ਦੇ ਸਿਰਾਂ 'ਤੇ ਸੀਸ ਕੋਈ ਨਾ। ਕਹੋ ਸਤਿਨਾਮ। ਉਹ ਸਿਰ ਦੀ ਫੀਸ ਭਰ ਕੇ ਬੈਠੇ ਆ, ਇੱਥੇ ਪੈਸਿਆਂ ਵੱਟੇ ਨਹੀਂ ਮਿਲਦਾ। ਮੇਰੇ ਪ੍ਰੀਤਮ ਜੀ ਕਹਿੰਦੇ ਜਸ ਦੇਖਤ ਅਧਿਕਾਰ ਜਨ ਤਸ ਉਪਦੇਸ਼ ਵਖਾਣ। ਜਿਹੋ ਜਿਹਾ ਅਧਿਕਾਰੀ ਵੇਖਦੇ ਹਨ ਉਹੋ ਜਿਹਾ ਉਪਦੇਸ਼ ਬਖਸ਼ ਦਿੰਦੇ ਹਨ। ਚੌਪਈ ਖਟ ਗੁਣ ਸਹਿਤ ਗੁਰੂ ਭਗਵਾਨ ਜਥਾ ਬਿਸ਼ਨ ਕੇ ਮਹਿਤ ਮਹਾਨ। ਔਰ ਸਾਡੇ ਸਤਿਗੁਰ ਦੇ ਵਿੱਚ 6 ਗੁਣ ਹਨ। ਕੋਈ ਵੱਡੇ ਗੁਣ ਹਨ 6 ਜਿਹੜੇ ਕੇਵਲ ਤੇ ਕੇਵਲ ਗੁਰੂਆਂ ਵਿੱਚ ਹਨ ਜਾਂ ਪਰਮੇਸ਼ਰ ਵਿੱਚ ਹਨ। ਗਿਆਤੇ ਨਿਜ ਸ਼ਕਤੀ ਤੇ ਲਖੈ ਗੁਣ ਅਵਗੁਣ ਜਗਿਆਸੀ ਵਿਖੈ। ਔਰ ਸਤਿਗੁਰੂ ਆਪਣੀ ਅੰਦਰੇ ਅੰਤਰਜਾਮਤਾ ਦੀ ਪਾਵਰ ਰੱਖਦਾ ਹੈ। ਜਗਿਆਸੂ ਦੇ ਅੰਦਰ ਇਹ ਨਿਗਾਹ ਮਾਰ ਲੈਂਦਾ ਦਿਵ ਦ੍ਰਿਸ਼ਟੀ ਦੇ ਨਾਲ ਕਿ ਇਹਦੇ ਅੰਦਰ ਕਿੰਨੇ ਔਗਣ ਹੈ ਅਤੇ ਕਿੰਨੇ ਗੁਣ ਹੈ। ਅਤੇ ਜਿੰਨਾ ਚਿਰ ਉਹਨਾਂ ਔਗਣਾਂ ਦਾ ਖਾਤਮਾ ਨਹੀਂ ਹੁੰਦਾ ਉਹ ਜਗਿਆਸੂ ਨਹੀਂ ਬਣਦਾ। ਅਤੇ ਜਦੋਂ ਉਹ ਪੂਰਨ ਤੌਰ 'ਤੇ ਸਹੀ ਹੋ ਜਾਂਦਾ ਫਿਰ ਗੁਰੂ ਜਿਹੜਾ ਹੈ ਦਾਤ ਦਿੰਦਾ ਨਾਮ ਦੀ। ਜਿਵੇਂ ਇੱਕ ਉਦਾਹਰਨ ਦਿੰਦੇ ਹਨ। ਜਥਾ ਜਰਾ ਹੋਤ ਮਤਵੰਤਾ ਕਾਬ ਮਜਾਰ ਵਿਕਾਰ ਲਹੰਤਾ। ਜਰਾਹ ਕਹਿੰਦੇ ਹਨ ਟਾਂਕੇ ਲਾਉਣ ਵਾਲਾ, ਟੁੱਟੀ ਹੱਡੀ ਦਾ ਆਪਰੇਸ਼ਨ ਕਰਨ ਵਾਲਾ। ਜੇ ਸਿਆਣਾ ਹੋਵੇ ਡਾਕਟਰ, ਜਰਾਹ ਪਹਿਲਾਂ ਜਰਾਹ ਹੁੰਦਾ ਸੀ ਉਹਨਾਂ ਸਮਿਆਂ 'ਚ, ਅੱਜ ਕੱਲ੍ਹ ਡਾਕਟਰ ਹਨ ਆਪਰੇਸ਼ਨ ਕਰਦੇ ਆ ਟੁੱਟੀਆਂ ਹੱਡੀਆਂ ਦੇ। ਪਰ ਕਈਆਂ ਨੇ ਐਵੇਂ ਆਪਣੇ ਬੋਰਡ ਹੀ ਲਾਏ ਹਨ, ਕੰਮ ਕਰਨਾ ਨਹੀਂ ਆਉਂਦਾ ਗਾ, ਟੁੱਟੀਆਂ ਹੱਡੀਆਂ ਜੋੜਨੀਆਂ ਨਹੀਂ ਆਉਂਦੀਆਂ। ਜਿਵੇਂ ਭਾਈ ਸਾਹਿਬ ਲਿਖਦੇ ਹਨ, ਜਦੋਂ ਕਿਸੇ ਦੀ ਹੱਡੀ ਟੁੱਟਦੀ ਹੈ ਕਿਸੇ ਐਕਸੀਡੈਂਟ ਨਾਲ, ਜਿੱਥੇ ਉਹ 2 ਟੋਟੇ ਹੁੰਦੀ ਹੈ ਵਿੱਚੋਂ ਕੰਕਰ ਵੀ ਨਿਕਲ ਕੇ ਵਿੱਚ ਡਿੱਗ ਪੈਂਦੀ ਹੈ ਕਈ ਵਾਰੀ। ਕੋਈ ਸਤਿਨਾਮ। ਜਿਹੜੀ ਹੱਡੀ ਕੇਵਲ ਐਦਾਂ 2 ਟੋਟੇ ਨਹੀਂ ਹੁੰਦੀ, ਵਿੱਚੋਂ ਕੁਝ ਉਹਦੇ ਕੰਕਰਾਂ ਉਸ ਵੇਲੇ ਤਿੜਕ ਕੇ ਟੁੱਟ ਕੇ ਵਿੱਚ ਹੀ ਨਾੜਾਂ ਦੇ ਡਿੱਗ ਪੈਂਦੀਆਂ। ਘਾਵ ਮਝਾਰ ਵਿਕਾਰ ਲਹੰਤਾ। ਜਿਹੜਾ ਸਿਆਣਾ ਜਿਹੜਾ ਹੈ, ਸਿਆਣਾ ਵੈਦ ਹੈ, ਸਿਆਣਾ ਡਾਕਟਰ ਹੈ, ਉਹ ਜ਼ਖਮ ਦੇ ਵਿੱਚ ਵੇਖਦਾ ਵਿਕਾਰ। ਵਿਕਾਰ ਭਾਵ ਇਹਦੇ ਵਿੱਚ ਜੋ ਵੀ ਜ਼ਖਮ ਦੇ ਵਿੱਚ ਉਹ ਚੀਜ਼ ਹੈ ਜਿਹੜੀ ਇਹਦੇ ਵਿੱਚ ਸਿਖਾਉਂਦੀ ਨਹੀਂ। ਜੇ ਬੰਦ ਕਰ ਦਈਏ ਜ਼ਖਮ ਖਰਾਬ ਹੋ ਜਾਊਗਾ। ਪਹਿਲਾਂ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਦਾ। ਜੇ ਹੱਡੀ ਦਾ ਕੋਈ ਟੋਟਾ ਤਿਲਕ ਗਿਆ, ਕਿਣਕਾ ਟੁੱਟ ਗਿਆ ਨਾਲੋਂ, ਉਹਨੂੰ ਵਿੱਚ ਨਹੀਂ ਛੱਡਦਾ ਗਾ, ਉਹਨੂੰ ਬਾਹਰ ਕੱਢ ਦਿੰਦਾ ਹੈ। ਫਿਰ ਹੱਡੀ ਦੇ ਫੇਸ 'ਤੇ ਫੇਸ ਮਿਲਾ ਕਰਕੇ ਉਸਨੂੰ ਉਹਦਾ ਮੂੰਹ ਮਿਲਾ ਕਰਕੇ
ਉਸ ਮਾਸ ਨੂੰ ਜਿਹੜਾ ਜੋੜਦਾ ਹੈ ਉਹ ਹੁੰਦਾ ਜਰਾ। ਕਹਿੰਦੇ ਜਿਸ ਤਰ੍ਹਾਂ ਸਿਆਣਾ ਜਰਾ ਕਿਸੇ ਜ਼ਖਮ ਨੂੰ ਬੰਦ ਕਰਨ ਲਈ ਉਹਦੇ ਵਿੱਚੋਂ ਜਿਹੜਾ ਵਿਗਾੜ ਹੈ ਉਹ ਵੇਖਣਾ ਕਰਦਾ ਹੈ। ਨਸੂਰ ਤੁਸੀਂ ਵੇਖਦੇ ਹੋ, ਮੈਂ ਕਈ ਆਪਰੇਸ਼ਨ ਹੋਏ, ਹੱਡੀਆਂ ਦੇ ਆਪਰੇਸ਼ਨ ਗਿੱਟੇ ਕੋਲੋਂ ਹੋਇਆ, ਕਿਤੋਂ ਹੋਰ ਹੋਇਆ, ਕੀ ਹੁੰਦਾ ਹੈ ਮਾਸ ਦੇ ਵਿੱਚੋਂ ਪਾਣੀ ਚੱਲਦਾ ਰਹਿ ਜਾਂਦਾ। ਕੋਈ ਸਤਨਾਮ, ਉਹਨੂੰ ਕਹਿੰਦੀ ਆ ਨਸੂਰ। ਜੇ ਵਿੱਚੋਂ ਟੁੱਟੀ ਹੱਡੀ ਨਾ ਕੱਢੀ ਜਾਵੇ, ਵਿੱਚ ਨਸੂਰ ਰਹਿ ਜਾਂਦਾ ਹੈ, ਫਿਰ ਉਹ ਸਿਆਣਾ ਵੈਦ ਨਹੀਂ ਹੈ ਜਿਹੜਾ ਉਹ ਜ਼ਖਮ ਨੂੰ ਸਾਫ਼ ਕਰਕੇ ਉਹਨੂੰ ਜੋੜਨ ਵਾਲੀ ਦਵਾਈ ਨਹੀਂ ਭਰਦਾ ਵਿੱਚ। ਕੋ ਸਤਨਾਮ, ਚੰਗੀ ਤਰ੍ਹਾਂ ਨਹੀਂ ਵੇਖਦਾ। ਘਾਵ ਮਜ਼ਾਰ ਬੇਕਾਰ ਲਹੰਤਾ ਤਉ ਮੇਲਣ ਔਖਦ न ਲਾਵੇ, ਉਹਨਾਂ ਚਿਰ ਉਸ ਜ਼ਖਮ ਨੂੰ ਬੰਦ ਨਹੀਂ ਕਰਦਾ ਜਿੰਨਾ ਚਿਰ ਉਹ ਬੰਦ ਹੋਣ ਦੇ ਯੋਗ ਨਹੀਂ ਹੁੰਦਾ। ਜੇ ਕਾਲੀ ਕਰਦਾ ਹੈ, ਬੰਦ ਕਰ ਦਿੰਦਾ ਹੈ, ਮੇਲੇ ਤੋਂ ਨਸੂਰ ਰਹਿ ਜਾਵੇ, ਫਿਰ ਉਹਦੇ ਵਿੱਚ ਨੁਕਸ ਰਹਿ ਜਾਂਦਾ ਹੈ। ਜਿਵੇਂ ਸਿਆਣਾ ਬੈਲ ਟੁੱਟੀ ਹੋਈ ਹੱਡੀ ਦੇ ਵਿੱਚੋਂ ਕੰਕਰ ਆਦਿ ਬਾਹਰ ਕੱਢ ਦਿੰਦਾ ਪਹਿਲਾਂ, ਔਰ ਜਿਹੜਾ ਸਿਆਣਾ ਵੈਦ ਹੈ ਉਹ ਪਹਿਲਾਂ ਸਫਾਈ ਕਰਦਾ, ਫਿਰ ਟਾਂਕੇ ਲਾਉਂਦਾ, ਫਿਰ ਬੰਦ ਕਰਦਾ ਹੈ। ਨਹੀਂ ਤਾਂ ਇੱਥੇ ਕਈ ਨੀਮ ਹਕੀਮ ਖਤਰਾ ਜਾਨ ਬਣੇ ਬੈਠੇ ਆ, ਔਰ ਸੰਸਾਰ ਦੇ ਵਿੱਚ ਲੋਕ ਬਹੁਤ ਦੁਖੀ ਹੋ ਰਹੇ ਆ। ਆਪ ਦਾ ਹਿਸਾਬ ਕਿਤਾਬ ਦੇਖਦੇ ਆ, ਇਸੇ ਕਰਕੇ ਤਾਂ ਪਹਿਲਾਂ ਫੀਸਾਂ ਭਰਾਉਂਦੇ ਆ ਵੀ ਮਗਰੋਂ ਜੇ ਕੋਈ ਗੱਲ ਰਹਿ ਗਈ ਤਾਂ ਫਿਰ ਪੈਸੇ ਨਹੀਂ ਮਿਲਣੇ। ਕੋ ਸਤਨਾਮ। ਔਰ ਇਸ ਤਰ੍ਹਾਂ ਉਹ ਵੈਦ, ਉਹ ਡਾਕਟਰ ਜਿਹੜੇ ਹਨ ਕੱਚੇ, ਤੇ ਐਸੇ ਕੱਚੇ ਡਾਕਟਰ ਵੈਦ ਜਿਹੜੇ ਹਨ ਉਹ ਦੁਖਦਾਈ ਹੁੰਦੇ ਹਨ ਮਨੁੱਖ ਵਾਸਤੇ, ਕਿਉਂਕਿ ਉਹਨਾਂ ਨੇ ਪੂਰਾ ਸਿੱਖਿਆ ਨਹੀਂ ਹੈ। ਉਸੇ ਤਰ੍ਹਾਂ ਹੀ ਹਾਂ, ਸਿਆਣੇ ਵੈਦ ਦੀ ਤਰ੍ਹਾਂ ਮੇਰਾ ਗੁਰੂ ਵੀ ਸਿਆਣਾ ਵੈਦ ਹੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ ਦੇ ਮਹਾਵਾਕ ਅਨੁਸਾਰ। ਜਿਹੜਾ ਗੁਰੂ ਹੈ ਉਹ ਸਿਆਣੇ ਵੈਦ ਦੀ ਤਰ੍ਹਾਂ ਸਿੱਖ ਦੇ ਵਿੱਚ ਪਹਿਲਾਂ ਨੁਕਸ ਵੇਖਦਾ ਹੈ, ਚੰਗੀ ਤਰ੍ਹਾਂ ਪਰਖਦਾ ਹੈ। ਜਿਸ ਤਰ੍ਹਾਂ ਜੀਵ ਦਾ ਕਲਿਆਣ ਹੋ ਜਾਵੇ, ਸਤਿਗੁਰੂ ਉਸੇ ਢੰਗ ਦੇ ਨਾਲ ਸਮਝਾਉਂਦਾ ਹੈ। ਦੇਖੋ ਨਾ, ਜੇ ਆਪਾਂ ਕਿੰਨੀਆਂ ਸਾਖੀਆਂ ਪੜ੍ਹੀਆਂ, ਕਿੰਨੀਆਂ ਪਹਿਲਾਂ ਸੁਣੀਆਂ, ਅੱਗੇ ਵੀ ਸੁਣਾਂਗੇ, ਤੇ ਸਤਿਗੁਰਾਂ ਦਾ ਉਪਦੇਸ਼ ਦੇਣ ਦਾ ਕਿਸੇ ਨੂੰ ਕੋਈ ਢੰਗ ਸੀ, ਕਿਸੇ ਨੂੰ ਕੋਈ ਢੰਗ ਸੀਗਾ। ਜਿਵੇਂ ਇੱਕ ਸੇਠ ਆਇਆ ਪੰਜਵੇਂ ਪਾਤਸ਼ਾਹ ਕੋਲ, ਦੁਕਾਨਦਾਰ, ਮਹਾਰਾਜ ਜੀ ਕਿਰਪਾ ਕਰੋ। ਕਹਿੰਦੇ ਕੀ ਕਰਦਾ ਹੁੰਦਾ? ਆਪਣੀ ਜੀ ਦੁਕਾਨਦਾਰੀ ਹੈ ਪਰਚੂਨ ਦੀ। ਅੱਛਾ ਅੱਛਾ, ਚੰਗਾ, ਫਿਰ ਸੌਦਾ ਘੱਟ ਨਾ ਤੋਲਿਆ ਕਰ, ਕਿਉਂਕਿ ਪਹਿਲਾਂ ਤਾਂ ਇਹ ਚੋਰੀ ਛੱਡਣੀ ਪੈਣੀ ਆ। ਕੋਈ ਸਤਨਾਮ, ਸੌਦਾ ਘੱਟ ਨਹੀਂ ਲਾਉਣਾਗਾ, ਜਾਇਜ਼ ਪ੍ਰੋਫਿਟ ਲੈਣਾ ਹੈ। ਜੇ ਪਹਿਲਾਂ ਗੁਰੂ ਦੀਆਂ ਗੱਲਾਂ ਮੰਨੋ ਫੇਰ ਹੀ ਨਾਮ ਨੇ ਅਸਰ ਕਰਨਾ, ਨਹੀਂ ਤਾਂ ਫਿਰ ਨਾਮ ਨੇ ਅਸਰ ਹੀ ਨਹੀਂ ਕਰਨਾ। ਇਸੇ ਤਰ੍ਹਾਂ ਹੀ ਇੱਕ ਸਿਪਾਹੀ ਆ ਗਿਆ ਮੁਗਲਾਂ ਦੀ ਫੌਜ ਵਿੱਚ, ਉਸ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਵੀ ਆਪਣਾ ਉਪਦੇਸ਼ ਬਖਸ਼ੋ। ਸੀ ਉਹ ਗੁਰਸਿੱਖ, ਪਰ ਉਹ ਫੌਜ ਵਿੱਚ ਭਰਤੀ ਸੀ। ਪਾਤਸ਼ਾਹ ਕਹਿਣ ਲੱਗੇ, ਠੀਕ ਆ, ਕੀ ਕਰਦਾ ਹੁੰਦਾ? ਮੈਂ ਜੀ ਫੌਜ ਵਿੱਚ ਭਰਤੀ ਹਾਂ। ਅੱਛਾ, ਫਿਰ ਜ਼ੁਲਮ ਨਹੀਂ ਕਰਨਾ ਕਿਸੇ ਤੇ। ਕਹੋ ਸਤਨਾਮ। ਹੁਣ ਜਿਹੜੇ ਦੁਸ਼ਮਣ ਨੂੰ ਮਾਰਨਾ ਉਹ ਅਲੱਗ ਚੀਜ਼ ਹੈ, ਐਵੇਂ ਤਲਵਾਰ ਹੱਥ 'ਚ ਹੋਵੇ ਤੇ ਜਣੇ ਖਣੇ ਨੂੰ ਵੱਢਦਾ ਫਿਰੇ, ਕੋਈ ਗੱਲ ਬਣੀ? ਕਹੋ ਸਤਨਾਮ। ਐਵੇਂ ਜਾਨਵਰਾਂ ਨੂੰ ਵੱਢਦਾ ਫਿਰ। ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰੇ ਕੋਲੇ ਤਲਵਾਰ ਹੁੰਦੀ ਹੈ ਤੇ ਤੂੰ ਇਸ ਤਲਵਾਰ ਦੇ ਨਾਲ ਕਿਸੇ ਤੇ ਜ਼ੁਲਮ ਨਹੀਂ ਕਰਨਾ। ਕਹਿਣ ਲੱਗਿਆ ਜੀ ਠੀਕ ਆ। ਤੇ ਘਰੇ ਜਾ ਕੇ ਉਸਨੇ ਮਿਆਨ ਦੇ ਵਿੱਚ ਫੱਟੀ ਦੀ ਤਲਵਾਰ ਬਣਾ ਕੇ ਪਾ ਲਈ। ਕਹੋ ਸਤਨਾਮ। ਗੁਰੂ ਪਾਤਸ਼ਾਹ ਜੀ ਦੀ ਗੱਲ ਮੰਨਣ ਵਾਸਤੇ ਜਦ ਉਸਨੇ ਫੱਟੀ ਦੀ ਤਲਵਾਰ ਬਣਾ ਕੇ ਪਾਈ ਤੇ ਕਿਸੇ ਨੂੰ ਪਤਾ ਲੱਗ ਗਿਆ, ਕਿਸੇ ਦੂਸਰੇ ਫੌਜੀ ਸਿਪਾਹੀ ਨੂੰ, ਉਹਨੇ ਰਾਜੇ ਕੋਲ ਦੱਸਤਾ, ਰਾਜਾ ਸਾਹਿਬ ਫਲਾਣੇ ਸਰਦਾਰ ਤੇ ਤੁਸੀਂ ਬੜਾ ਮਾਣ ਕਰਦੇ ਹੋ, ਤੇ ਜੇ ਕੋਈ ਐਮਰਜੈਂਸੀ ਪੈ ਗਈ ਨਾ ਤੇ ਉਹਨੇ ਰਕਸ਼ਾ ਨਹੀਂ ਕਰਨੀ। ਕਿਉਂ? ਉਹ ਮਿਆਨ ਦੇ ਵਿੱਚ ਲੱਕੜ ਦੀ ਫੱਟੀ ਪਾਈ ਫਿਰਦਾ। ਕਹੋ ਸਤਨਾਮ। ਤਲਵਾਰ 'ਚ ਵਿੱਚ ਲੱਕੜ ਦੀ ਪਾਈ ਫਿਰਦਾ ਹੈ। ਹੁਣ ਬੜਾ ਰਾਜਾ ਸਤਿਕਾਰ ਕਰਦਾ ਸੀਗਾ, ਸਿੱਧਾ ਪੁੱਛ ਵੀ ਨਾ ਸਕਿਆ। ਕੁਝ ਦਿਨ ਸੋਚਣ ਤੋਂ ਬਾਅਦ ਰਾਜਾ ਇੱਕ ਦਿਨ ਬੈਠਾ ਬੈਠਾ ਚਾਨਚੱਕ ਕਹਿੰਦਾ, ਵੀ ਉਹ ਫੌਜੋ
ਆਪਣੀਆਂ ਤਲਵਾਰਾਂ ਚੈੱਕ ਕਰਾਓ। ਕਹੋ ਸਤਨਾਮ। ਤੇ ਤਲਵਾਰਾਂ ਚੈੱਕ ਹੋਣ ਲੱਗੀਆਂ ਚਾਨ ਚੱਕ ਹੀ ਲੈਣ ਲੱਗ ਗਈ ਸਾਰਿਆਂ ਦੀ। ਵਿੱਚ ਸਿੱਖ ਵੀ ਖੜਾ ਤੇ ਸਿੱਖ ਖੜਾ ਅਰਦਾਸਾਂ ਕਰੀ ਜਾਂਦਾ, ਪਾਤਸ਼ਾਹ ਮੈਂ ਤਾਂ ਤੇਰਾ ਵਚਨ ਮੰਨ ਲਿਆ, ਪਰ ਹੁਣ ਆਹ ਚੈਕਿੰਗ ਹੋਣ ਲੱਗ ਗਈ ਹੈ ਤਲਵਾਰਾਂ ਦੀ, ਤੇ ਹੁਣ ਮੇਰਾ ਕੀ ਬਣੂਗਾ? ਤੇ ਮੈਂ ਤਾਂ ਲੱਕੜ ਦੀ ਫੱਟੀ ਪਾਈ ਫਿਰਦਾ ਤੁਹਾਡਾ ਵਚਨ ਮੰਨ ਕੇ, ਵੀ ਚੱਲ ਜੇ ਕਿਸੇ ਦੇ ਵੱਜ ਵੀ ਜਾਵੇ ਤੇ ਨੁਕਸਾਨ ਨਾ ਹੋਵੇ ਕਿਸੇ ਦੇ, ਤੇ ਹੁਣ ਤੂੰ ਬਚਾ। ਤੇ ਵਾਰੀ ਸਿਰ ਸਾਰੇ ਲਾਂਘੇ ਵਿਖਾਉਂਦੇ ਵਿਖਾਉਂਦੇ ਪਹਿਲਾਂ ਰਾਜੇ ਨੇ ਆਪਣੀ ਤਲਵਾਰ ਕੱਢ ਕੇ ਦਿਖਾਈ ਕਿ ਮੇਰੀ ਜਨਬੀ ਹਲਬੀ ਦੀ ਤਲਵਾਰ ਆ ਦੇਖੋ। ਫਿਰ ਦੂਜੇ ਵਿਖਾਉਣ ਲੱਗੇ, ਸਿੱਖ ਦੀ ਵਾਰੀ ਆਈ, ਲਿਆ ਵੀ ਤੇਰੀ ਵੀ ਦਿਖਾ। ਲਓ ਮਹਾਰਾਜ ਕਰਕੇ ਗੁਰੂ ਨੂੰ ਜਾਲ ਵਿੱਚੋਂ ਮਿਆਨ ਦਿਓ ਤਲਵਾਰ ਬਾਹਰ ਕੱਢੀ, ਤੇ ਇੱਦਾਂ ਕਰਕੇ ਜਦ ਵਿਖਾਈ ਤੇ ਉਹਦੀ ਲਸ਼ਕੋਰ ਰਾਜੇ ਦੀਆਂ ਅੱਖਾਂ ਬੰਦ ਹੋ ਗਈਆਂ ਜਦ ਵੱਜੀ। ਕਹੋ ਸਤਨਾਮ। ਅੱਖਾਂ ਬੰਦ ਕਰਕੇ ਰਾਜਾ ਕਹਿੰਦਾ ਉਹ ਤੇਰੀ ਤਲਵਾਰ ਕਿੱਥੋਂ ਆਈ ਆ? ਬਾਜੀ ਗੁਰੂ ਦੀ ਕਿਰਪਾ ਨਾਲ ਹੀ ਮਿਲੀ। ਉਹਨੂੰ ਵੀ ਪਤਾ ਸੀ ਗੁਰੂ ਨੇ ਕਿਰਪਾ ਕਰਤੀ ਕੋਈ ਨਾ ਕੋਈ, ਇਸੇ ਕਰਕੇ ਰਾਜਾ ਖੁਸ਼ ਹੋ ਕੇ ਬੋਲ ਰਿਹਾ, ਨਹੀਂ ਤਾਂ ਫੱਟੀ ਵੇਖ ਕੇ ਲੜੀ ਪੈਂਦਾ। ਕਹੋ ਸਤਨਾਮ। ਤੂੰ ਤਲਵਾਰ ਕਿੱਥੋਂ ਲਿਆਇਆ? ਕਹਿੰਦਾ ਜੀ ਬਸ ਗੁਰੂ ਕਿਰਪਾ ਨਾਲ ਹੀ ਮਿਲੀ ਹੈ। ਤਾਂ ਚੰਗਾ ਚੰਗਾ, ਬਹੁਤ ਸੋਹਣੀ ਹੈ ਪਾਲਾ ਵਿੱਚ। ਜਿਨ੍ਹਾਂ ਨੇ ਚੁਗਲਾਂ ਨੇ ਚੁਗਲਖੋਰਾਂ ਨੇ ਚੁਗਲੀ ਕੀਤੀ ਸੀ ਉਹਨਾਂ ਦੇ ਮੂੰਹ ਕਾਲੇ ਹੋਏ, ਭਾਵ ਉਹਨਾਂ ਦੀ ਨੀਵੀਂ ਪੈ ਗਈ। ਇਸੇ ਤਰ੍ਹਾਂ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ ਤੇ ਗੁਰੂ ਸਾਡੀ ਰਕਸ਼ਾ ਤਾਂ ਕਰੂਗਾ। ਇਸੇ ਤਰ੍ਹਾਂ ਉਸ ਸਿੱਖ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਉਹਦੇ ਅੰਦਰੋਂ ਔਗਣ ਕੱਢਦਾ ਹੈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਇਮ ਹਮਰੇ ਸਤਿਗੁਰ ਗੁਣਵੰਤੇ, ਸਿੱਖ ਕੋ ਨੀਕੀ ਬਿਦ ਪਰਖੰਤੇ। ਜਿਸ ਕਰ ਪਾਵੇ ਜਨ ਕਲਿਆਣ, ਇਮ ਉਪਦੇਸ਼ਤ ਹਿਤ ਠਾਨਾ। ਤਾਂ ਕਿ ਸਿੱਖ ਦਾ ਕਲਿਆਣ ਹੋ ਜਾਵੇ। ਇੱਕ ਵਾਰੀ ਜਿਹੜਾ ਗੁਰੂ ਦੇ ਹੱਥ 'ਚ ਆ ਗਿਆ ਨਾ, ਫਿਰ ਗੁਰੂ ਨੂੰ ਲਾਜ ਹੋ ਜਾਂਦੀ ਹੈ। ਕੋਈ ਇਹ ਨਾ ਕਵੇ ਕਿ ਇਹ ਗੁਰੂ ਦਾ ਸਿੱਖ ਸੀ ਤੇ ਇਹਦੀ ਮੁਕਤੀ ਨਹੀਂ ਹੋਈ। ਪੈਂਦੇ ਖਾਣ ਨੂੰ ਵੀ ਮਰਦੇ ਮਰਦੇ ਨੂੰ ਛੇਵੇਂ ਪਾਤਸ਼ਾਹ ਜੀ ਨੇ ਕਲਮਾ ਪੜ੍ਹਾਇਆ, ਬਈ ਹੁਣ ਮਾਂ ਨੂੰ ਯਾਦ ਕਰਨ ਦਾ ਸਮਾਂ ਨਹੀਂ, ਕਲਮਾ ਪੜ੍ਹ, ਕਿਉਂਕਿ ਗੁਰੂ ਨੂੰ ਲਾਜ ਹੋ ਜਾਂਦੀ ਹੈ ਆਪਣਿਆਂ ਦੀ। ਮੇਰੇ ਪ੍ਰੀਤਮ ਜੀ ਕਹਿੰਦੇ, ਅਧਿਕਾਰੀ ਜਿਨ ਕੀ ਪ੍ਰੀਤ ਸੁਖ ਦੁਖ ਮੈਂ ਭਾਰੀ, ਰਾਗਤ ਬੈਠ ਕੇ ਨਿਤ ਅਨਸਾਰੀ। ਜਿਨ੍ਹਾਂ ਜੀਵਾਂ ਦੀ ਦੁੱਖ ਸੁੱਖ ਬਿਰਤੀ ਭਾਰੀ ਖਚਤ ਹੋਈ ਹੈ, ਦੁੱਖਾਂ ਵਿੱਚ ਦੁਖੀ ਹੁੰਦੇ ਆ, ਸੁੱਖਾਂ ਵਿੱਚ ਹੰਕਾਰ ਹੋ ਜਾਂਦਾ। ਸੁਤ ਬਿਤ ਯਾਦ ਪਦਾਰਥ ਸਾਰੇ, ਇਨਿਤ ਬੈਸ ਬਿਤਾਏ ਵਿਚਾਰੇ। ਧੀਆਂ ਪੁੱਤਰਾਂ ਦੀ ਮੋਹ ਮਮਤਾ ਵਿੱਚ ਵਸ ਕਰਕੇ ਅਨੇਕਾਂ ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ ਜਿਹੜੇ ਪੁਰਸ਼ ਈਰਖਾ ਦੂਈ ਦਵੈਤ ਵਿੱਚ ਜ਼ਿੰਦਗੀ ਬਤੀਤ ਕਰਦੇ ਹਨ, ਇਸ ਕੋ ਕਹੇ ਕਰੋ ਧਰਮਕਾਰ, ਸੇਵੋ ਸਿੱਖਨ ਦਿਓ ਆਹਾਰ। ਤੋ ਇਹੋ ਜਿਹਾ ਬੰਦਾ ਅਧਿਕਾਰੀ ਨਹੀਂ ਹੈ। ਇਹ ਜਿਹੜਾ ਮੈਂ ਗੱਲ ਕੀਤੀ ਨਾ, ਇਹੋ ਜਿਹਾ ਬੰਦਾ ਜਿਹੜਾ ਉਹ ਅਧਿਕਾਰੀ ਨਹੀਂ ਹੈ ਨਾਮ ਲੈਣ ਦਾ। ਹਜੇ ਪਹਿਲਾਂ ਉਹ ਸੈੱਟ ਹੋਵੇ। ਤੇ ਅਧਿਕਾਰੀ ਕੌਣ ਹੈ? ਇਸੇ ਦਾ ਐਂਟੀ ਸ਼ਬਦ ਬਾਣੀ ਚੋਂ ਪੜ੍ਹ ਲਓ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਣੀ ਅਪਮਾਨਾ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਇਹੋ ਜਿਹਾ ਬੰਦਾ ਅਧਿਕਾਰੀ ਹੁੰਦਾ ਹੈ। ਜਿਹੜੇ ਕੇਵਲ ਪਦਾਰਥਾਂ ਵਾਸਤੇ ਜ਼ਿੰਦਗੀ ਬਤੀਤ ਕਰਦੇ ਹਨ, ਧੀਆਂ ਪੁੱਤਰਾਂ ਆਦਿ ਸੰਸਾਰ ਦੇ ਮੋਹ ਵਿੱਚ ਫਸੇ ਰਹਿੰਦੇ ਹਨ, ਉਹਨਾਂ ਨੂੰ ਸੁਧਾਰਨ ਦੀ ਲੋੜ ਸਮਝਦਾ ਗੁਰੂ। ਉਹਨਾਂ ਨੂੰ ਹੌਲੀ ਹੌਲੀ ਉੱਚਾ ਚੱਕਦਾ। ਇੱਕ ਮਨੁੱਖ ਆਇਆ ਪੰਜਵੇਂ ਪਾਤਸ਼ਾਹ ਜੀ ਕੋਲ, ਪੰਜਵੇਂ ਪਾਤਸ਼ਾਹ ਨੂੰ ਮਿਲਿਆ। ਪੰਜਵੇਂ ਪਾਤਸ਼ਾਹ ਕਹਿੰਦੇ ਵੀ ਸਿੱਖਾ ਰਹਿ ਪਾ, ਸਾਡੇ ਕੋਲ ਰਹਿ ਤੂੰ। ਨਾ ਮਹਾਰਾਜ, ਜਵਾਕ ਭੁੱਖੇ ਮਰ ਜਾਣਗੇ ਮੇਰੇ ਬਿਨਾਂ ਤਾਂ। ਪਾਤਸ਼ਾਹ ਕਹਿੰਦੇ 6 ਮਹੀਨੇ ਲਾ ਦੇ ਸਾਡੇ ਕੋਲ, ਜਾਵੜੀ ਕੋਈ ਨਹੀਂ, ਸੇਵਾ ਕਰ 6 ਮਹੀਨੇ। ਨਾ ਨਾ ਮਹਾਰਾਜ, ਮੈਨੂੰ ਤਾਂ ਹਫ਼ਤਾ ਹੋ ਗਿਆ, 10 ਦਿਨ ਹੋ ਗਏ, ਹੁਣ ਮੈਨੂੰ ਆਗਿਆ ਬਖਸ਼ੋ, ਮੈਂ ਜਾਣਾ ਹੈ। ਕਹਿੰਦੇ ਤੇਰੀ ਮਰਜ਼ੀ ਹੈ, ਜੇ 6 ਮਹੀਨੇ ਲਾਉਣ ਦਾ। ਨਾ ਮਹਾਰਾਜ, ਮੇਰੇ ਬਿਨਾਂ ਤਾਂ ਜਵਾਕ ਹੀ ਭੁੱਖੇ ਮਰ ਜਾਣਗੇ। ਫਸਿਆ ਹੋਇਆ ਸੀ। ਪਾਤਸ਼ਾਹ ਨੇ ਕਾਗਜ਼ ਕਿਹਾ, ਕਾਗਜ਼ 'ਤੇ ਕੁਝ ਲਿਖਿਆ। ਲਿਖਣ ਤੋਂ ਬਾਅਦ ਚਿੱਠੀ ਫੜਾਤੀ। ਕਹਿੰਦੇ ਚੰਗਾ, ਜਾਂਦਾ ਜਾਂਦਾ ਉਹ ਰਾਹ ਸਾਡਾ ਫਲਾਨਾ ਸਿੱਖ ਰਹਿੰਦਾ, ਚਿੱਠੀ ਉਹਨੂੰ ਦੇ ਜੀ। ਠੀਕ ਹੈ ਜੀ, ਚੰਗਾ ਜਾ ਚਲਿਆ ਜੀ। ਪਾਤਸ਼ਾਹ ਨੇ ਜਿੱਦ ਨਾ ਕੀਤੀ, ਚੰਗਾ ਵੀ ਨਹੀਂ ਲੱਗਦਾ। ਚਿੱਠੀ ਲੈ ਕੇ ਉਹ ਸਿੱਖ ਦੇ ਕੋਲ ਪਹੁੰਚਿਆ, ਨਮਸਕਾਰ ਕੀਤੀ, ਇੱਕ ਦੂਜੇ ਨੂੰ ਮਿਲੇ। ਭਾਈ ਸਾਹਿਬ ਜੀ, ਇਹ ਪੰਜਵੇਂ ਪਾਤਸ਼ਾਹ ਨੇ ਚਿੱਠੀ ਫੜਾਈ ਆ। ਅੱਛਾ। ਸਿੱਖ ਨੇ ਖੋਲ੍ਹ ਕੇ ਦੇਖਿਆ, ਵਿੱਚ ਲਿਖਿਆ ਵੀ ਐਂ ਕਰੀ,
ਇਹ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਨਾ, ਇਹਨੂੰ ਘਰੇ ਨਹੀਂ ਜਾਣ ਦੇਣਾ 6 ਮਹੀਨੇ। ਜਿਵੇਂ ਮਰਜ਼ੀ ਘਰੇ ਰੱਖ, ਜਲ ਪਾਣੀ ਛਕਾਉਣਾ, ਸੇਵਾ ਕਰਨੀ ਹੈ, ਪਰ ਘਰੇ ਨਹੀਂ ਜਾਣ ਦੇਣਾ। ਕੋਈ ਸਤਨਾਮ। ਉਹਨੇ ਚਿੱਠੀ ਦਾ ਹੁਕਮਨਾਮਾ ਪੜ੍ਹਿਆ, ਹੁਣ ਉਹ ਕਿਵੇਂ ਉਸ ਨੂੰ ਤਿਆਗਦਾ। ਉਹ ਕਹਿਣ ਲੱਗੇ ਭਾਈ ਸਾਹਿਬ ਬੈਠੋ, ਜਲ ਪਾਣੀ ਛਕੋ। ਜਦੋਂ ਤੁਰਨ ਲੱਗਿਆ ਉਹ ਕਹਿੰਦੇ ਜਾਣਾ ਨਹੀਂ ਹੈਗਾ, ਤੁਸੀਂ ਮੇਰੀ ਸੇਵਾ ਲਾਤੀ ਆ ਮਹਾਰਾਜ ਨੇ, ਮੈਂ ਤੈਨੂੰ 6 ਮਹੀਨੇ ਘਰੇ ਰੱਖਣਾ। ਕੋਈ ਨਾ ਯਾਰ ਨਾ, ਮੇਰਾ ਤਾਂ ਜੀ ਨਹੀਂ ਲੱਗਣਾ, ਜਵਾਕ ਭੁੱਖੇ ਮਰ ਜਾਣਗੇ ਉਡੀਕ ਉਡੀਕ ਕੇ। ਮੇਰੀ ਮਿੱਤਰਾ, ਮੈਂ ਤੈਨੂੰ ਪਿਆਰ ਨਾਲ ਕਹਿਣਾ ਵੀ ਤੈਨੂੰ ਜਾਣ ਤਾਂ ਦੇਣਾ ਨਹੀਂ, ਭਾਵੇਂ ਮੈਨੂੰ ਜਿੰਦਾ ਲਾ ਕੇ ਰੱਖਣਾ ਪਵੇ, ਨਹੀਂ ਤੂੰ ਪਿਆਰ ਨਾਲ ਰਹਿ ਪਾ। ਪਹਿਲਾਂ ਹੱਥ ਪੈਰ ਜੇ ਮਾਰੇ, ਅਖੀਰ ਕੀ ਕਰ ਸਕਦਾ ਸੀ, ਰੁਕਣਾ ਪਿਆ। 6 ਮਹੀਨੇ ਗਿਆ ਨਾ, ਉਦੋਂ ਲੋਕ ਤੁਰ ਕੇ ਜਾਇਆ ਕਰਦੇ ਸੀ। ਪਰਿਵਾਰ ਨੂੰ, ਪਿੰਡ ਵਾਲਿਆਂ ਨੂੰ ਫਿਕਰ ਹੋ ਗਿਆ ਵੀ ਯਾਰ ਫਲਾਨਿਆਂ ਦਾ ਬੰਦਾ ਗੁਰੂ ਸਾਹਿਬ ਨੂੰ ਮਿਲਣ ਗਿਆ ਸੀ ਤੇ ਮੁੜ ਕੇ ਮੁੜਿਆ ਨਹੀਂ, ਹੋ ਸਕਦਾ ਰਾਹ 'ਚ ਕੋਈ ਮਰ ਮੁਰ ਨਾ ਗਿਆ ਹੋਵੇ ਤੇ ਵਿਚਾਰੇ ਭੁੱਖੇ ਬੈਠੇ ਆ। ਪਿੰਡ ਨੇ ਗੱਡਾ ਲਿਆ, ਟਰਾਲੀ ਲਈ ਜਾ, ਉਹਨਾਂ ਸਮੇਂ ਵਿੱਚ ਜੋ ਵੀ ਹੁੰਦਾ ਸੀਗਾ, ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕੀਤਾ ਉਸ ਪਰਿਵਾਰ ਵਾਸਤੇ। ਮਸਾਂ ਰੋਟੀ ਪੱਕਦੀ ਸੀ ਘਰੇ, ਗੱਡਾ ਭਰ ਲਿਆ, ਪਿੰਡ 'ਚੋਂ ਰਾਸ਼ਨ ਇਕੱਠਾ ਕਰਕੇ, ਕਣਕ, ਆਟਾ, ਗੁੜ, ਖੰਡ, ਘਿਓ ਜੋ ਵੀ ਹੁੰਦਾ ਸੀ ਉਹ ਭਰ ਕੇ ਰਾਸ਼ਨ ਦਾ ਗੱਡਾ ਤੇ ਉਹਨਾਂ ਨੇ ਘਰੇ ਲਿਆ ਕੇ ਲਾਤਾ। ਹੁਣ ਬੱਚੇ ਜਿਹੜੇ ਵਿਚਾਰੇ ਪਹਿਲਾਂ 2 ਡੰਗ ਰੋਟੀ ਖਾਂਦੇ ਸੀ, 1 ਡੰਗ ਨਹੀਂ ਖਾਂਦੇ ਸੀ, ਉਹਨਾਂ ਨੂੰ ਮੌਜ ਲੱਗ ਗਈ ਵੀ ਯਾਰ ਆ ਤਾਂ ਵਧੀਆ ਹੋ ਗਿਆ, ਭੁੱਖੇ ਮਰਦੇ ਸੀਗੇ। ਤੇ ਹੁਣ ਸਾਲ ਭਰ ਦਾ ਰਾਸ਼ਨ ਪਰਿਵਾਰ ਦਾ ਘਰੇ ਸਿੱਟਤਾ, ਗੱਡੇ 'ਤੇ ਲਿਆ ਕੇ ਪਿੰਡ ਵਾਲਿਆਂ ਨੇ। ਛਕਣ ਲੱਗੇ ਬੱਚੇ, ਭਾਵੇਂ ਕਿ ਪਿਓ ਦੀ ਲੋੜ ਤਾਂ ਹੈ, ਪਰ ਭੁੱਖ ਵਾਲੇ ਪਾਸਿਓਂ ਥੋੜ੍ਹਾ ਜਿਹਾ ਰਾਹਤ ਮਿਲੀ। 6 ਮਹੀਨਿਆਂ ਬਾਅਦ ਉਹ ਸਿੱਖ ਨੇ ਪਿਆਰ ਸਹਿਤ ਉਹਨੂੰ ਵਿਦਾ ਕਰਤਾ। ਜਦ ਵਿਦਾ ਸਹਿਤ ਉਹ ਘਰੇ ਪਹੁੰਚਿਆ ਪਿਆਰ ਸਹਿਤ, ਤੇ ਘਰੋਂ ਜਵਾਕਾਂ ਨੇ ਅੰਦਰ ਵੜਦਾ ਵੇਖਿਆ, ਕਹਿੰਦੇ ਬੇਬੇ ਬਾਪੂ ਆ ਗਿਆ, ਫਿਰ ਭੁੱਖੇ ਮਰਾਂਗੇ, ਹੁਣ ਪਿੰਡ ਵਾਲਿਆਂ ਨੇ ਦੇਣਾ ਨਹੀਂ ਆਪਾਂ ਨੂੰ। ਕੋਈ ਸਤਨਾਮ। ਬਾਪੂ ਉੱਥੇ ਹੀ ਵਗ ਜਾ ਤੂੰ, ਅਸੀਂ ਠੀਕ ਹਾਂ। ਤੋ ਗੁਰੂ ਸਾਹਿਬ ਪਤਾ ਨਹੀਂ ਕਿਵੇਂ ਕਿਵੇਂ ਸਿੱਖਾਂ ਨੂੰ ਸਮਝਾਉਂਦੇ ਆ, ਕੈਸੀਆਂ ਕੈਸੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਆ। ਕਹਿੰਦੇ ਬਾਪੂ ਉੱਥੇ ਠੀਕ ਹੈ ਤੂੰ। ਕਹਿੰਦੇ ਫਿਰ ਤੁਹਾਡਾ ਭੁੱਖੇ ਨਹੀਂ ਮਰੇ। ਕਹਿੰਦੇ ਭੁੱਖੇ ਕਿਤੇ, ਪਿੰਡ ਵਾਲਿਆਂ ਨੇ ਸਾਲ ਭਰ ਦਾ ਸਮਾਨ ਸਿੱਟਤਾ ਅੰਦਰ। ਉਹ ਕਹਿੰਦੇ ਗੁਰੂ ਸਾਹਿਬ ਦੀ ਕੌਤਕ ਹੈ। ਇਸ ਕਰਕੇ ਗੁਰੂ ਅਧਿਕਾਰੀ ਬਣਾਉਣ ਵਾਸਤੇ ਭਾਈ ਮੰਝ ਦੀ ਤਰ੍ਹਾਂ ਦੇਖੋ ਲੱਕੜਾਂ ਲਿਆਉਂਦਾ ਹੈ, ਉਹਨੂੰ ਅਧਿਕਾਰੀ ਬਣਾਉਣ ਵਾਸਤੇ ਨਾਮ ਦਾ ਲੰਗਰ 'ਚ ਰੋਟੀ ਖਾਣੀ ਬੰਦ ਕਰ ਦਿੰਦੇ ਆ ਉਸ ਦੀ। ਕੋਈ ਸਤਨਾਮ। ਪਰ ਉਹ ਵੀ ਇਹ ਮੰਨ ਕੇ ਆਇਆ ਸੀ ਘਰੋਂ ਕਿ ਹੁਣ ਸਰਵਰੀਆਂ ਦੀ ਪੂਜਾ ਨਹੀਂ ਕਰਨੀ, ਹੁਣ ਗੁਰੂ ਨਾਨਕ ਦੀ ਸਿੱਖੀ ਹੀ ਲੈਣੀ ਹੈ। ਤੇ ਅਖੀਰ ਉਹ ਪਾਸ ਹੋਇਆ। ਆਖਰੀ ਵਾਰ ਜਦੋਂ ਲੱਕੜਾਂ ਲਿਆਉਂਦਾ ਹੋਇਆ, ਢੱਠੀ ਮਾਉਣ ਵਾਲੇ ਖੂਹ ਵਿੱਚ ਡਿੱਗ ਪਿਆ ਹਨੇਰੀ ਕਾਰਨ। 5ਵੇਂ ਪਾਤਸ਼ਾਹ ਜੀ ਦੀਵਾਨ 'ਚੋਂ ਬੈਠੇ ਬੈਠੇ ਉੱਠ ਕੇ ਭੱਜ ਲਏ ਸੇ। ਕਹਿੰਦੇ ਜੀ ਕੀ ਹੋ ਗਿਆ? ਕਹਿੰਦੇ ਟੋਕਰਾ ਤੇ ਰੱਸੇ ਲੈ ਕੇ ਆਓ। ਕੋਈ ਸਤਨਾਮ। ਸਿੱਖ ਵੀ ਮਗਰ ਟੋਕਰਾ ਰੱਸੇ ਲੈ ਕੇ ਪਹੁੰਚੇ ਉਸ ਖੂਹ ਤੇ ਜਿੱਥੇ ਪਾਤਸ਼ਾਹ ਪਹੁੰਚੇ ਨੇ। ਆਵਾਜ਼ ਮਾਰੀ, ਕੌਣ ਹੈ ਜੀ? ਮੰਝ ਹੈ। ਮੰਝ ਦਾ ਦੂਸਰਾ ਅਰਥ ਹੈ ਵਿੱਚ, ਵਿੱਚ ਦੇ ਵਿੱਚ ਹੀ ਵਿੱਚ ਹੀ ਆ, ਮੰਝ ਹੈ ਜੀ। ਅੱਛਾ, ਆ ਲੱਕੜਾਂ ਸਿਰ ਤੇ ਰੱਖੀਆਂ? ਹਾਂ ਜੀ, ਲੱਕੜਾਂ ਭਿੱਜਣ ਤੋਂ ਬਚ ਗਈਆਂ। ਕਹਿੰਦੇ ਸਿੱਟ ਦੇ ਇਹਨਾਂ ਨੂੰ, ਬਾਹਰ ਆ ਜਾ। ਨਹੀਂ ਮਹਾਰਾਜ, ਹਜੇ ਤਾਂ ਠੀਕ ਆ, ਪਹਿਲਾਂ ਲੱਕੜਾਂ ਕੱਢ ਲਓ, ਮੈਂ ਤਾਂ ਫੇਰ ਆ ਜਾਊਂਗਾ। ਤੋ ਰੱਸਾ ਵਗਾਇਆ, ਪਹਿਲਾਂ ਲੱਕੜਾਂ ਕੱਢੀਆਂ ਤੇ ਲੱਕੜਾਂ ਕੱਢਣ ਤੋਂ ਬਾਅਦ ਫਿਰ ਉਹਨਾਂ ਨੇ ਟੋਕਰਾ ਰੱਸੇ ਨਾਲ ਬੰਨ੍ਹ ਕੇ ਛੱਡਿਆ ਤੇ ਭਾਈ ਮੰਝ ਨੂੰ ਬਾਹਰ ਕੱਢਿਆ ਖੂਹ ਦੇ ਵਿੱਚੋਂ। ਤੇ ਉਸ ਤੋਂ ਬਾਅਦ ਜਦੋਂ ਧਰਤੀ ਤੇ ਆ ਕੇ ਮੰਝ ਭਾਈ ਖੜਾ ਹੋਇਆ ਤੇ ਗਲੇ ਲਾ ਕੇ ਪਾਤਸ਼ਾਹ ਕਹਿੰਦੇ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਅਧਿਕਾਰੀ ਜਨ, ਨਾਮ ਲੈਣ ਦੇ ਅਧਿਕਾਰੀ ਵੀ ਦੇਖਣੇ ਚਾਹੀਦੀ, ਐਵੇਂ ਭੀੜ ਕਰਨ ਦੀ ਲੋੜ ਨਹੀਂ ਹੈ। ਕੋਈ ਸਤਨਾਮ। ਇਕੱਠ ਦੀ ਲੋੜ ਨਹੀਂ ਹੈ। ਸਤਿਗੁਰੂ ਦਾ ਤਾਂ ਇੱਕ ਸਿੰਘ ਵੀ 1.25 ਲੱਖ ਦੇ ਬਰਾਬਰ ਹੈ, ਪਰ ਪੂਰਨ ਗੁਰਮਤਿ ਰਹਿਤ ਬਹਿਤ ਵਿੱਚ ਹੋਵੇ ਜੇ ਤਾਂ। ਕੋਈ ਸਤਨਾਮ। ਗੁਰੂ ਪਾਤਸ਼ਾਹ ਜੀ ਕਹਿੰਦੇ ਅਧਿਕਾਰੀ ਜਿਹੜਾ ਹੁੰਦਾ ਹੈ ਉਹ ਇੱਦਾਂ ਦਾ ਹੋਣਾ ਚਾਹੀਦਾ, ਇੱਦਾਂ ਦਾ ਨਾ ਹੋਵੇ ਜੀ ਸੇਵਾ। ਇਸ ਕੋ ਕਹੋ ਕਰੋ ਧਰਮਕਾਰ, ਸੇਵੋ ਸਿੱਖਨ ਦਿਓ ਆਹਾਰ। ਫਿਰ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਫਸੇ ਹੁੰਦੇ ਆ ਮੋਹ ਮਮਤਾ ਵਿਸ਼ੇ ਵਿਕਾਰਾਂ ਦੇ ਵਿੱਚ, ਫਿਰ ਉਹਨਾਂ ਨੂੰ ਗੁਰੂ ਸੇਵਾ ਲਾਉਂਦਾ ਅਧਿਕਾਰੀ ਬਣਾਉਣ ਵਾਸਤੇ। ਉਹਨਾਂ ਨੂੰ ਕਹਿੰਦਾ ਧਰਮ ਦੀਆਂ ਕਾਰ ਕਰੋ, ਭਾਵ ਧਰਮ ਦੀ ਕਾਰ ਕਿਰਤ ਕਰਨੀ। ਜਿਵੇਂ ਉਹ ਸੇਠ ਨੂੰ ਕਿਹਾ ਵੀ ਜਾਇਜ਼ ਪ੍ਰੋਫਿਟ ਲੈਣਾ ਤੇ ਕੁੰਡੀ ਨਹੀਂ ਲਾਉਣੀ ਕੰਡੇ ਦੇ ਵਿੱਚ, ਚੁੰਗ ਨਹੀਂ ਲਾਉਣੀ। ਇਸ ਤਰ੍ਹਾਂ ਗੁਰੂ ਆਪਣੇ ਸਿੱਖਾਂ ਨੂੰ ਫਿਰ ਸੱਚ ਦੇ ਚੱਲਣ ਦੀ ਪ੍ਰੇਰਨਾ ਕਰਦੇ ਆ।
ਧਰਮ ਦੀ ਸੇਵਾ ਕਰਨ, ਧਰਮ ਦੀ ਕਾਰ ਕਰਨ ਦਾ ਹੁਕਮ ਦਿੰਦੇ ਆ। ਸੇਵੋ ਸਿੱਖਣ ਦੇਹੋ ਆਹਾਰ, ਸਿੱਖ ਸੰਗਤਾਂ ਦੀ ਸੇਵਾ ਕਰਿਆ ਕਰੋ, ਭੁੱਖੇ ਲੋੜਵੰਦਾਂ ਨੂੰ ਭੋਜਨ ਛਕਾਇਆ ਕਰੋ। ਜਥਾ ਸਕਤ ਦਿਓ ਸਾਧਨਾਚੇ, ਜਾਪੋ ਪਗ ਕਰੀਏ ਸਿੱਖ ਬਾਚੇ। ਔਰ ਜਥਾ ਸ਼ਕਤ ਸਾਧਨ ਕੱਪੜੇ ਵੀ ਦੇਵੋ, ਔਰ ਥਕਿਆ ਹੋਇਆਂ ਦੀ ਜਲ ਪਾਣੀ ਨਾਲ ਸੇਵਾ ਵੀ ਕਰਿਆ ਕਰੋ ਜੀ। ਮਰਦਨ ਕਰ ਇਸ਼ਨਾਨ ਕਰਾਵੋ, ਵਸਤਰ ਪਖਾਰੋ, ਸ਼ੁੱਧ ਬਨਵਾਵੋ। ਔਰ ਜਿਸ ਤਰ੍ਹਾਂ ਪਹਿਲਾਂ ਸਿੱਖ ਸੰਗਤਾਂ ਤੁਰ ਕੇ ਜਾਂਦੀਆਂ ਸਨ, ਵਿੱਚ ਬਜ਼ੁਰਗ ਵੀ ਹੁੰਦੇ ਸਨ, ਤੇ ਜਿੱਥੇ ਕਿਤੇ ਉਹ ਰਾਤ ਕੱਟਦੇ ਨਾ, ਉੱਥੇ ਫਿਰ ਜਿਹੜੇ ਨੌਜਵਾਨ ਹੁੰਦੇ ਉਹ ਬਜ਼ੁਰਗਾਂ ਦੀ ਫਿਰ ਮਾਲਿਸ਼ ਕਰਦੇ, ਪੈਰਾਂ ਦੀ, ਲੱਤਾਂ ਦੀ, ਉਹਨਾਂ ਦੀ ਢੂਈ ਨੂੰ ਘੁੱਟਦੇ ਤਾਂ ਕਿ ਥਕੇਵਾਂ ਹੋ ਗਿਆ ਦੂਰ ਹੋ ਜੇ। ਇਹ ਗੁਰੂ ਸਾਹਿਬ ਨੇ ਸੇਵਾਵਾਂ ਸਿਖਾਈਆਂ ਸਨ ਉਸ ਵੇਲੇ, ਪੰਜਵੇਂ ਪਾਤਸ਼ਾਹ ਜੀ ਨੇ ਕਹਿੰਦੇ ਮਾਲਿਸ਼ ਕਰਕੇ ਫਿਰ ਐਸੇ ਸਿੱਖਾਂ ਦਾ ਇਸ਼ਨਾਨ ਕਰਾਓ, ਉਹਨਾਂ ਨੇ ਸ਼ੁੱਧ ਵਸਤਰ ਧੋ ਕੇ ਦਿਓ। ਭਾਵ ਜਦੋਂ ਇਹ ਯਾਤਰਾ ਤੇ ਜਾਂਦੀਆਂ ਸਿੱਖ ਸੰਗਤਾਂ, ਇਹਨਾਂ ਦੀ ਸੇਵਾ ਕਰਿਆ ਕਰੋ। ਆਕੋ ਪਾਨ ਸਰਦ ਜਬ ਹੋਏ, ਝਾੜੋ ਪਨੀ ਪਗ ਕੋ ਧੋਏ। ਔਰ ਹਾਂਕੋ ਪਾਉਣ, ਪੱਖੇ ਦੇ ਨਾਲ ਹਵਾ ਚੱਲੋ, ਉਹਨਾਂ ਦੇ ਜੋੜੇ ਝਾੜੋ, ਉਹਨਾਂ ਦੇ ਪੈਰ ਧੋਵੋ, ਇੱਦਾਂ ਦੀ ਸੇਵਾ ਕਰੋ। ਇਹਦੇ ਕਰਨ ਨਾਲ ਕੀ ਹੋਵੇਗਾ? ਜਿਹੜਾ ਮਨ ਵਿੱਚ ਹੰਕਾਰ ਮੋਹ ਮਮਤਾ ਉਹ ਡਾਊਨ ਹੋਵੇਗਾ। ਜਿਹੜਾ ਟੈਂਪਰੇਚਰ ਚੜ੍ਹਿਆ ਹੋਇਆ ਤਾਹਾਂ ਨੂੰ ਹੰਕਾਰ ਦਾ, ਇਹ ਡਾਊਨ ਹੋਵੇਗਾ ਸੇਵਾ ਕਰਨ ਦੇ ਨਾਲ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਜਿਸ ਤਰ੍ਹਾਂ ਇੱਕ ਸਿੱਖ ਦੇ ਕੋਲ ਇੱਕ ਸਿੱਖ ਮਿਲਣ ਵਾਸਤੇ ਗਿਆ, ਉਹ ਸਿੱਖ ਦਾ ਕੰਮ ਸੀ ਦੇਸੀ ਘਿਓ ਵੇਚਣ ਦਾ। ਜਿਸ ਵੇਲੇ ਸਿੱਖ ਪਹੁੰਚਿਆ ਦੁਕਾਨ 'ਤੇ ਮਿਲਣ ਵਾਸਤੇ, ਉਹ ਸਿੱਖ ਕਿਸੇ ਨੂੰ ਘਿਓ ਦੇਣ ਵਿੱਚ 2 ਪੈਸਿਆਂ ਪਿੱਛੇ ਜਦਾਈ ਕਰ ਰਿਹਾ ਸੀਗਾ। ਗਾਹਕ ਕਹਿੰਦਾ ਸੀ ਮੈਂ ਇੰਨੇ ਘੱਟ ਦੇਣੇ ਆ, ਉਹ ਕਹਿੰਦਾ ਵੀ ਨਹੀਂ ਇਦੋਂ ਘੱਟ ਮੈਂ ਲੈ ਨਹੀਂ ਸਕਦਾਗਾ, ਇੰਨੇ ਲੈਣੇ ਆ। ਉਹਨਾਂ ਦੀ ਜਦਾਈ ਦੇਖ ਕੇ ਸਿੱਖ ਨੇ ਜਿਹੜਾ ਸੀ ਭਰਮ ਕੀਤਾ ਵੀ ਯਾਰ ਇਹ ਕਿਹੋ ਜਿਹਾ ਸਿੱਖ ਹੈ, ਮੈਂ ਥੋੜ੍ਹੇ ਜਿਹੇ ਪੈਸੇ ਪਿੱਛੇ ਲੜੀ ਜਾਂਦਾ। ਅਸਲ ਵਿੱਚ ਉਹਨੇ ਪ੍ਰੋਫਿਟ ਹੀ ਉਹ ਰੱਖਿਆ ਸੀਗਾ ਜਿਹੜਾ ਉਹ ਦੇ ਨਹੀਂ ਰਿਹਾ ਸੀ। ਕਹੋ ਸਤਨਾਮ। ਤੇ ਜਦ ਘਰੇ ਗਿਆ ਤੇ ਉਹ ਸਿੱਖ ਕਹਿਣ ਲੱਗੇ ਆ, ਜਦ ਸਿੱਖ ਦੀ ਸੇਵਾ ਕੀਤੀ, ਭਰ ਕੇ ਕੁੱਪੀ ਪਾਈ ਆ ਪੱਕਾ ਘਿਓ ਜਿਹੜਾ ਸੀਗਾ ਉਸ ਨੂੰ ਛਕਾਇਆ, ਦੁੱਧ ਵਿੱਚ ਪਾ ਕੇ ਦਾਲ ਵਿੱਚ ਪਾਇਆ, ਵਧੀਆ। ਹੈਰਾਨ ਹੋ ਗਿਆ ਵੀ ਯਾਰ ਉੱਥੇ ਥੋੜ੍ਹੇ ਜਿਹੇ 2 ਪੈਸਿਆਂ ਪਿੱਛੇ ਲੜੀ ਜਾਂਦਾ ਸੀ, ਇੱਥੇ ਇੰਨਾ ਘਿਓ ਇਹਨੇ ਮੈਨੂੰ ਪਿਆਤਾ। ਕਹਿੰਦਾ ਮੈਨੂੰ ਤੇਰੀ ਸਮਝ ਨਹੀਂ ਆਈ ਯਾਰ, ਵੀ ਤੂੰ ਉੱਥੇ ਇਸ ਤਰ੍ਹਾਂ ਕਰੀ ਜਾਂਦਾ ਸੀ ਥੋੜ੍ਹੇ ਜਿਹੀ ਗੱਲ ਪਿੱਛੇ, ਤੇ ਇੱਥੇ ਤੂੰ ਇੰਨਾ ਘਿਓ ਮੈਨੂੰ ਪਿਆਤਾ। ਕਹਿੰਦੇ ਭਾਈ ਸਾਹਿਬ ਕਹੋ ਤਾਂ ਮੈਂ ਤੁਹਾਡੀ ਇਸ਼ਨਾਨ ਦੀ ਸੇਵਾ ਵੀ ਘਿਓ ਨਾਲ ਕਰਵਾ ਦਿੰਦਾ। ਕਹੋ ਸਤਨਾਮ। ਉੱਥੇ ਸੀ ਮੇਰੀ ਦੁਕਾਨਦਾਰੀ, ਤੇ ਦੁਕਾਨਦਾਰੀ ਵਿੱਚ ਮੈਂ ਜਾਇਜ਼ ਪ੍ਰੋਫਿਟ ਰੱਖਿਆ ਹੋਇਆ। ਹੁਣ ਜੇ ਕੋਈ ਉਹ ਵੀ ਨਾ ਦੇਵੇ ਤੇ ਫਿਰ ਮੈਂ ਕੀ ਕਰਾਂ? ਫਿਰ ਜਦਾਈ ਹੁੰਦੀ ਆ। ਇੱਥੇ ਮੈਂ ਸੇਵਾ ਕਰ ਰਿਹਾ, ਸੇਵਾ ਦੇ ਵਿੱਚ ਦੁੱਧ 'ਚ ਪਾ ਕੇ ਪਿਆਉਣਾ ਤਾਂ ਅਲੱਗ ਹੈ, ਮੈਂ ਤੇਰਾ ਬਾਲਟੀ ਭਰ ਕੇ ਇਸ਼ਨਾਨ ਕਰਾਵਾਂ ਘਿਓ ਦੇ ਨਾਲ, ਇੱਥੇ ਮੈਂ ਸੇਵਾ ਕਰ ਰਿਹਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਿੱਖ ਜਿਹੜਾ ਹੈ ਸੰਗਤਾਂ ਦੀ ਇੱਦਾਂ ਸੇਵਾ ਕਰੇ। ਪਹਿਲਾਂ ਪੱਖੇ ਹੱਥਾਂ ਵਾਲੇ ਹੁੰਦੇ ਸੀਗੇ, ਪੱਖੇ ਨਾਲ ਹਵਾ ਝੱਲੇ, ਜੋੜੇ ਝਾੜੇ ਔਰ ਪੈਰ ਧਵਾਵੇ। ਪਹਿਲਾਂ ਜਦੋਂ ਘਰੇ ਕੋਈ ਆਉਂਦਾ ਨਾ, ਅਸੀਂ ਉਹਨੂੰ ਪ੍ਰਸ਼ਾਦਾ ਹੁਣ ਤਾਂ ਸਿੱਧਾ ਹੀ ਫੜਾ ਦਿੰਦੇ ਆ, ਸਾਹਮਣੇ ਲੱਗੇ ਆ ਵਾਸ਼ ਬੇਸਿਨ, ਹੱਥ ਧੋ ਲਓ ਜੀ ਉੱਥੇ। ਪਰ ਪਹਿਲਾਂ ਐ ਨਹੀਂ ਸੀ ਹੁੰਦਾ। ਗਰਮ ਪਾਣੀ, ਕੋਸਾ ਪਾਣੀ ਕਰਕੇ ਥਕੇਵਾਂ ਦੂਰ ਕਰਨ ਵਾਸਤੇ ਹੱਥ ਨਾਲ ਥੱਲੇ ਬੱਠਲ ਧਰ ਕੇ ਉਹਦੇ ਪੈਰ ਆਪ ਧਵਾਉਣੇ। ਕਹੋ ਸਤਨਾਮ। ਹੱਥ ਮੂੰਹ ਧਵਾਉਣਾ, 5 ਇਸ਼ਨਾਨਾਂ ਕਰਾਉਣਾ, ਫਿਰ ਪ੍ਰਸ਼ਾਦਾ ਛਕਾਉਣਾ, ਫਿਰ ਉੱਥੇ ਬੈਠੇ ਦੇ ਹੀ ਹੱਥ ਧਵਾਉਣੇ ਚਾਹੀਦੇ ਆ। ਜੇ ਸੇਵਾ ਲੈਣੀ ਆ ਤਾਂ ਵਾਸ਼ ਬੇਸਿਨ ਕੰਨੀ ਉਂਗਲ ਨਹੀਂ ਕਰਨੀ ਚਾਹੀਦੀ ਵੀ ਉੱਥੇ ਧੋ ਲਓ ਜੀ। ਉਹ ਵੀ ਇੱਕ ਸੇਵਾ ਦਾ ਅੰਗ ਹੈ, ਆਪ ਹੱਥ ਸਾਫ਼ ਕਰਾਉਣੇ। ਇੱਦਾਂ ਸੇਵਾ ਕਰਨੀ ਚਾਹੀਦੀ ਹੈ। ਰਾੜਾ ਸਾਹਿਬ ਵਾਲੇ ਸੰਤ ਅਮਰਿੰਦਰ ਦੇ, ਜਿਹੜਾ ਆਪਣਾ ਰਾਜਾ ਹੈ ਹੁਣ ਕੈਪਟਨ, ਇਹਦੇ ਵੱਡਿਆਂ ਦੇ ਘਰੇ ਗਏ ਸੀਗੇ। ਉਹਨੇ ਸੱਦਾ ਦਿੱਤਾ ਸੀ ਮਹਾਂਪੁਰਸ਼ਾਂ ਨੂੰ, ਰਾੜੇ ਸੰਤਾਂ ਨੂੰ, ਕਹਿੰਦੇ ਜੀ ਕਦੇ ਘਰੇ ਆਇਓ, ਜਲ ਪਾਣੀ ਸੇਵਾ ਕਰਾਂਗੇ ਪਟਿਆਲੇ। ਕਹਿੰਦੇ ਠੀਕ ਆ ਜਾਵਾਂਗੇ। ਤੋ ਚਲੇ ਗਏ। ਹੁਣ ਰਾਜਾ ਹੈ, ਰਾਣੀ ਹੈ, ਅਤੇ ਰੱਖੇ ਹੋਏ ਨੇ ਸੇਵਾ ਕਰਨ ਵਾਲੇ ਨੌਜਵਾਨ ਜਿਹੜੇ ਹੁੰਦੇ ਆ, ਬੰਗਾਲੀ ਬੰਗੂਲੀ ਵਗੈਰਾ ਸਾਰੇ ਇਹ, ਅਤੇ ਰਸੋਈਏ ਰੱਖੇ ਆ, ਅਤੇ ਰਸੋਈਆਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਅਤੇ ਮਹਾਂਪੁਰਸ਼ਾਂ ਨੂੰ ਉਹਨਾਂ ਨੇ ਜਥੇ ਨੂੰ ਛਕਾਇਆ ਅਤੇ ਹੱਥ ਵੀ ਸਾਫ਼ ਕਰਵਾਏ। ਜਦ ਹੱਥ ਸਾਫ਼ ਕੀਤੇ ਅਤੇ ਮਹਾਂਪੁਰਸ਼ ਕਹਿਣ ਲੱਗੇ, ਅਰਦਾਸ ਕੀਤੀ, ਅੰਨ ਪਾਣੀ ਗੁਰੂ ਕਾ ਟਹਿਲ ਸਿੱਖਾਂ ਸੇਵਕਾਂ ਦੀ, ਛਕੇ ਸੋ ਤੇਰਾ ਨਾਮ ਜਪੇ, ਅੜੇ ਸੋ ਝੜੇ ਸ਼ਨ ਪ੍ਰਸਤਰੇ, ਕਾਰ ਸਤਿਗੁਰੂ ਨਾਨਕ ਦੇਵ ਰਾਸ ਕਰੇ। ਰਾਜਾ ਕਹਿੰਦਾ ਜੀ ਮੇਰਾ ਤਾਂ ਨਾਂ ਹੀ ਨਹੀਂ ਲਿਆ ਅਰਦਾਸ 'ਚ।
ਕਹਿੰਦੇ ਤੂੰ ਤਾਂ ਕੁਰਸੀ ਤੇ ਬੈਠਾ ਹੀ ਦਿਸਿਆ ਮੈਨੂੰ, ਕੋਈ ਸਤਨ ਤੂੰ ਉੱਠ ਕੇ ਹੱਥੀਂ ਸੇਵਾ ਤੇ ਕੀਤੀ ਨਹੀਂ। ਸੇਵਾ ਤਾਂ ਸਾਰੀ ਇਹਨਾਂ ਰਸੋਈਆਂ ਨੇ, ਨੌਜਵਾਨਾਂ ਨੇ ਕੀਤੀ ਹੈ, ਇਹਨਾਂ ਬੱਚਿਆਂ ਨੇ ਕੀਤੀ ਆ, ਇਹਨਾਂ ਨੇ ਬਣਾਇਆ, ਇਹਨਾਂ ਨੇ ਛਕਾਇਆ, ਇਹਨਾਂ ਨੇ ਹੱਥ ਸਾਫ਼ ਕਰਾਇਆ ਜਥੇ ਦੇ, ਤੇ ਸੇਵਾ ਦਾ ਫਲ ਤਾਂ ਉਸੇ ਨੂੰ ਮਿਲੂ ਜਿਹੜਾ ਆਪ ਕਰੂਗਾ। ਤੁਸੀਂ ਸੇਵਾ ਤਾਂ ਕੀਤੀ ਨਹੀਂ। ਫਿਰ ਮਹਾਂਪੁਰਸ਼ ਫਿਰ ਮੈਨੂੰ ਕੀ ਮਿਲੂਗਾ? ਕਹਿੰਦੇ ਤੈਨੂੰ ਮਿਲੂਗਾ, ਤੈਨੂੰ ਸੇਵਾ ਕਰਕੇ ਕਰਨੀ ਪੈਣੀ ਆ। ਤੇਰੀਆਂ ਰਾਣੀਆਂ ਆਪ ਚੱਕੀ ਪੀਸ ਕੇ ਆਟਾ ਤਿਆਰ ਕਰਨ ਹੱਥ ਨਾਲ, ਫਿਰ ਗੱਲ ਬਣਨੀ ਆ। ਹੁਣ ਕਹੋ ਸਤਿਨਾਮ। ਚੱਕੀ ਨਾਲ ਆਟਾ ਪੀਸ ਕੇ ਤੇਰੀਆਂ ਰਾਣੀਆਂ ਆਪ ਤਿਆਰ ਕਰਨ, ਆਪ ਬਣਾਉਣ ਪਕਾਉਣ, ਤੇ ਤੂੰ ਤੇ ਤੇਰੀ ਰਾਣੀ ਦੋਨੇ ਰਲ ਕੇ ਸਾਨੂੰ ਪ੍ਰਸ਼ਾਦਾ ਛਕਾਓ ਜਥੇ ਨੂੰ। ਅੱਜ ਤਾਂ ਛਕ ਲਿਆ, ਹੁਣ ਗਾਹਾਂ ਨੂੰ ਫਿਰ ਉਹਦੀ ਸੇਵਾ ਲੱਗਣੀ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਇਹ ਗੱਲਾਂ ਇੱਥੇ ਸਮਝਾਉਣੀਆਂ ਕੀਤੀਆਂ ਕਿ ਸਿੱਖ ਜਿਹੜਾ ਹੈ ਇੱਦਾਂ ਦੀ ਸੇਵਾ ਕਰੇ। ਅਧਿਕਾਰੀ ਬਣਾਉਣ ਵਾਸਤੇ ਗੁਰੂ ਇਹ ਸੇਵਾ ਲਾਉਂਦਾ ਤਾਂ ਕਿ ਇਹ ਨਾਮ ਦੇ ਕਾਬਲ ਹੋ ਜਾਵੇ, ਇਹਦਾ ਭਾਂਡਾ ਬਣ ਜਾਵੇ। ਜਦੋਂ ਮੈਂ ਨਾਮ ਰੱਖਾਂ ਤੇ ਉਹ ਵਿੱਚ ਵਸ ਜਾਵੇ। ਭਾਜਨ ਮੰਗਨ ਕਰੋ, ਸੀਤਲ ਨੀਰ ਕੂਪ ਤੇ ਭਰੋ। ਸੰਗਤਾਂ ਦੇ ਝੂਠੇ ਭਾਂਡੇ ਮਾਂਜੋ, ਠੰਡਾ ਪਾਣੀ ਲਿਆ ਕੇ ਸੰਗਤਾਂ ਨੂੰ ਛਕਾਓ ਖੂਹ ਤੋਂ। ਰੱਬ ਧਾਵਨ ਕੋ ਅਰਪਵਾਨ, ਕਰੇ ਰਸੋਈ ਸੁਧ ਮਹਾਨ। ਇਹ ਗੁਰੂ ਘਰਾਂ ਦੇ ਵਿੱਚ ਇਹ ਵੀ ਸੇਵਾ ਚੱਲਦੀ ਸੀ। ਅੱਜ ਕੱਲ੍ਹ ਤਾਂ ਕੋਲਗੇਟ ਆ ਗਈ ਨਾ, ਤੋ ਨੌਜਵਾਨ ਜੰਗਲ ਵਿੱਚ ਜਾਂਦੇ, ਨਿੰਮ ਦੀਆਂ ਕਿੱਕਰ ਦੀਆਂ ਦਾਤਨਾਂ ਕੱਟ ਕੇ ਸਾਫ਼ ਕਰਕੇ ਤਿਆਰ ਕਰਕੇ ਗਿੱਠ ਦੀਆਂ ਤੇ ਲਿਆ ਕੇ ਸੰਗਤ ਨੂੰ ਵੰਡਦੇ ਸੀ। ਉਦੋਂ ਲੋਕ ਦਾਤਨਾਂ ਹੀ ਕਰਦੇ ਸੀ। ਕਹੋ ਸਤਿਨਾਮ। ਤੇ ਉਹ ਦਾਤਨਾਂ ਲਿਆ ਕਰਕੇ ਵੰਡਣੀਆਂ। ਕਹਿੰਦੇ ਦਾਤਨਾਂ ਦੀ ਸੇਵਾ ਕਰਿਆ ਕਰੋ, ਰਸੋਈ ਕਰੋ, ਰਸੋਈ ਸ਼ੁੱਧ ਮਹਾਨ, ਲੰਗਰ ਤਿਆਰ ਕਰਕੇ ਛਕਾਇਆ ਕਰੋ। ਸੇਵਾ ਭਾਂਤ ਸਿੱਖਣ ਕੀ ਕੀਜੇ ਦਿਨ ਰਾਤ। ਇੱਦਾਂ ਦੀ ਸੇਵਾ ਕਰਿਆ ਕਰੋ। ਹੁਣ ਅਧਿਕਾਰੀ ਬਣਨ ਵਾਸਤੇ, ਨਾਮ ਦਾ ਅਧਿਕਾਰੀ ਬਣਨ ਵਾਸਤੇ ਕੀ ਕੁਝ ਕਰਨਾ ਪੈਣਾ। ਲਹਿਣਾ ਜੀ ਦੀ ਸੇਵਾ ਦੇਖ ਲਓ, ਬਾਬੇ ਨਾਨਕ ਦੇ ਚਰਨਾਂ ਵਿੱਚ, ਫਿਰ ਗੁਰੂ ਅੰਗਦ ਚਰਨਾਂ ਵਿੱਚ ਅਮਰਦਾਸ ਜੀ ਦੀ ਸੇਵਾ ਦੇਖ ਲਓ, ਫਿਰ ਉਹਨਾਂ ਦੇ ਚਰਨਾਂ ਵਿੱਚ ਸਤਿਗੁਰੂ ਰਾਮਦਾਸ ਜੀ ਦੀ ਸੇਵਾ ਦੇਖ ਲਓ, ਫਿਰ ਉਹਨਾਂ ਦੇ ਚਰਨਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਹੈ ਗੁਰੂ ਦੀ ਗੱਲ ਮੰਨਣ ਦੀ ਸੇਵਾ ਦੇਖ ਲਓ। ਕੋ ਸਤਿਨਾਮ। ਇਸ ਕਰਕੇ ਇਹ ਸੇਵਾ ਦਾ ਫਲ ਮਿਲਦਾ। ਪਹਿਲਾਂ ਗੁਰੂ ਸੇਵਾ ਲਾਉਂਦਾ, ਫਿਰ ਉਹਦਾ ਫਲ ਵੀ ਦੇਣਾ ਕਰਦਾ ਹੈ। ਗੁਰਬਾਣੀ ਸਤਿਗੁਰ ਗਿਰਾਸੀ ਗਨੀਤ ਪਠੋ, ਸਤਨਾਮ ਕੋ ਮੁਖ ਤੇ ਰਟੋ। ਪਹਿਲਾਂ ਗੱਲ ਕੀਤੀ ਸੀ ਗੁਰੂ ਕਿਹੋ ਜਿਹਾ ਹੁੰਦਾ ਹੈ, ਸਾਡਾ ਗੁਰੂ ਕਿਹੋ ਜਿਹਾ ਹੋਵੇ। ਫਿਰ ਗੁਰੂ ਦੇ ਕੋਲੋਂ ਦਾਤਾਂ ਲੈਣ ਵਾਲਾ ਅਧਿਕਾਰੀ ਕਿਹੋ ਜਿਹਾ ਹੋਵੇ। ਅਧਿਕਾਰੀ ਵਿੱਚ ਪਹਿਲਾ ਗੁਣ ਹੈ ਸੇਵਾ ਦਾ, ਤੇ ਦੂਜਾ ਗੁਣ ਹੈ ਗੁਰਬਾਣੀ ਨੂੰ ਪੜ੍ਹਨ ਦਾ। ਸਤਿਗੁਰ ਗਿਰਾ, ਗੁਰੂ ਦੀ ਉਚਾਰੀ ਹੋਈ ਬਾਣੀ ਨੂੰ ਉਚਾਰਨ ਕਰਿਆ ਕਰੋ। ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਬਾਣੀ ਨਹੀਂ ਪੜ੍ਹਨੀ ਆਉਂਦੀ ਤਾਂ ਵਾਹ ਗੁਰੂ, 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 ਵਾਹ ਗੁਰੂ। ਗੁਰਬਾਣੀ ਦਾ ਜਾਪ ਕਰੋ, ਸਿਮਰਨ ਕਰੋ ਜਾਂ ਬਾਣੀ ਪੜ੍ਹੋ, ਨਿਤਨੇਮ ਕਰੋ। ਇਸ ਤਰ੍ਹਾਂ ਆਪਣੇ ਆਪ ਨੂੰ ਸ਼ੁੱਧ ਕਰਨਾ ਚਾਹੀਦਾ। ਸੇਵਾ ਕਰਨੀ, ਨਿਤਨੇਮ ਕਰਨਾ, ਬਾਣੀ ਪੜ੍ਹਨੀ। ਅੱਗੇ ਨਿਜ ਨਿਜ ਧਰਮ ਰਹੋ ਸਬਦਾਨ, ਇਸ਼ਨਾਨ ਬੜੀ ਰਾਤ ਤੇ ਕਰ ਅਸ਼ਨਾਨ। ਔਰ ਆਪਣੇ ਧਰਮ 'ਚ ਕਾਇਮ ਰਹੋ। ਨਿਜ ਨਿਜ ਧਰਮ, ਆਪਣੇ ਧਰਮ 'ਚ ਕਾਇਮ ਰਹਿਣਾ। ਸਿੱਖ ਨੂੰ ਸਿੱਖੀ ਧਰਮ 'ਚ ਕਾਇਮ ਰਹਿਣਾ ਚਾਹੀਦਾ। ਹਿੰਦੂ ਆਪਦੇ ਧਰਮ 'ਚ ਕਾਇਮ ਰਹੇ, ਮੁਸਲਮਾਨ ਆਪਣੀ ਮੱਤ ਵਿੱਚ ਕਾਇਮ ਰਹੇ। ਖੈਰ ਸਤਿਗੁਰੂ ਕਹਿ ਰਹੇ ਹਨ, ਵੱਡੀ ਰਾਤ ਉੱਠ ਕੇ, ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਿਆ ਕਰੋ ਜੀ। ਰਿਆ ਸ਼ੁੱਧਤ ਕੇ ਨਗਨ ਬਿਨਾ ਧਨ ਕੋਏ, ਦੇਹੋ ਭੋਜਨ ਛਾਸਨ ਤਿਸ ਜੋਏ। ਤੀਜਾ ਗੁਣ ਹੈ ਇਸ਼ਨਾਨ, ਤੇ ਚੌਥਾ ਗੁਣ ਹੈ ਦਇਆ ਕਰਨੀ। ਭੁੱਖਾ ਨੰਗਾ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਦਰ 'ਤੇ ਅਭਿਆਗਤ ਆ ਗਿਆ ਹੈ ਤਾਂ ਉਸ ਦੀ ਲੋੜ ਪੂਰੀ ਕਰੋ। ਭੋਜਨ ਦਿਓ, ਕੱਪੜੇ ਦਿਓ ਜੀ। ਇੱਕ ਦੁਖੀ ਕੀ ਦਿਆਓ ਪਾਵੋ, ਜਥਾ ਸ਼ਕਤ ਤਿਸ ਕਸ਼ਟ ਮਿਟਾਵੋ। ਔਰ ਕਿਸੇ ਨੂੰ ਦੁਖੀ ਦੇਖ ਕੇ ਜਥਾ ਸ਼ਕਤ ਉਸ ਤੇ ਦਇਆ ਕਰਕੇ ਉਹਦੇ ਦੁੱਖ ਨੂੰ ਦੂਰ ਕਰਨ ਦੀ
ਕੋਸ਼ਿਸ਼ ਕਰੋ। ਕਰਨ ਦਿਆ ਕੋ ਪੁਨ ਕਨੇਰਾ, ਦਿਆ ਕਰਤ ਹੋਏ ਬੜੋ ਬਡੇਰਾ। और दया धर्म का मूल है। धौल धर्म दया, ਇਹ ਜਿਹੜੀ ਧੌਲ ਹੈ ਧਰਮ ਰੂਪੀ ਧੌਲਾ, ਇਹ ਦਇਆ ਦਾ ਪੁੱਤਰ ਹੈ। ਦਇਆ ਵਿੱਚੋਂ ਧਰਮ ਪੈਦਾ ਹੋਊਗਾ ਤੇ ਬਿਨਾਂ ਦਇਆ ਤੋਂ ਸਿੱਧ ਵੀ ਕਸਾਈ ਹੈ। ਕਹੋ ਸਤਨਾਮ। ਦਇਆ ਬੜੀ ਜ਼ਰੂਰੀ ਆ। ਦਇਆ ਕਰਨ ਦਾ ਬਹੁਤ ਵੱਡਾ ਪੁੰਨ ਹੈ। ਦਇਆ ਕਰਦਿਆਂ ਹੀ ਅਸੀਂ ਵੱਡੇ ਤੋਂ ਵੱਡੇ ਸ਼ਕਤੀਆਂ ਨੂੰ ਪ੍ਰਾਪਤ ਕਰ ਸਕਦੇ ਹਾਂ। ਜੇ ਬੜੀ ਦਇਆ ਉਤਾਰੈ, ਮਨ ਕੋਮਲ ਤੇ ਕਸ਼ਟ ਨਿਵਾਰੈ। ਜਿਵੇਂ ਜਿਵੇਂ ਤੁਸੀਂ ਦਇਆ ਕਰਦੇ ਜਾਓਗੇ ਜੀਵਾਂ ਦੇ ਉੱਤੇ, ਮਨ ਕੋਮਲ ਕਰਕੇ, ਕੋਮਲ ਮਨ ਵਿੱਚ ਹੀ ਦਇਆ ਉਪਜੇਗੀ, ਪੱਥਰ ਮਨ ਵਿੱਚ ਨਹੀਂ ਉਪਜਦੀ। ਉਹਨਾਂ ਦੇ ਕਸ਼ਟਾਂ ਨੂੰ ਦੂਰ ਕਰੋਗੇ। ਕਰੇ ਦੀਨ ਕੋ ਸੁਖੀ ਵਿਸਾਲਾ, ਆਦਿ ਪਰਮੇਸ਼ਰ ਬੜੇ ਕਿਰਪਾਲਾ। ਇਹੋ ਜਿਹੇ ਗਰੀਬੀ ਵਾਲੇ ਨੂੰ ਮਸਕੀਨ, ਸੁਖੀ ਵਸੈ ਮਸਕੀਨੀਆਂ। ਇੱਥੇ ਮਸਕੀਨੀਆਂ ਦਾ ਮਤਲਬ ਨਿਮਰਤਾ ਵਾਲੀ ਗਰੀਬੀ। ਉੱਦਾਂ ਨਹੀਂ ਵੀ ਘਰੇ ਕੁਝ ਖਾਣ ਪੀਣ ਨੂੰ ਨਾ ਹੋਵੇ, ਘਰੇ ਸਭ ਕੁਝ ਹੋਵੇ ਪਰ ਅੰਦਰ ਨਿਮਰਤਾ ਹੋਵੇ। ਉਹ ਗਰੀਬੀ ਜਿਨ੍ਹਾਂ ਦੇ ਅੰਦਰ ਇਹ ਨਿਮਰਤਾ ਰੂਪੀ ਗਰੀਬੀ ਹੈ, ਜੀਵਾਂ ਤੇ ਦਇਆ ਕਰਦੇ ਹਨ। ਪਰਮੇਸ਼ਰ ਉਹਨਾਂ ਤੇ ਬੜੇ ਕਿਰਪਾਲੂ ਦਿਆਲੂ ਹੋ ਜਾਂਦੇ ਹਨ। ਉਹਨਾਂ ਨੂੰ ਹੋਰ ਵੀ ਵੱਡੇ ਕਰ ਦਿੰਦੇ ਆ। ਦੇਖੋ ਨਾ, ਇੱਕ ਸਿੱਖ ਪੰਜਵੇਂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਆਇਆ ਮਹਾਰਾਜ, ਕੱਲ੍ਹ ਨੂੰ ਸਾਡੇ ਘਰ ਆਪ ਜੀ ਨੇ ਸੰਗਤਾਂ ਸਮੇਤ ਚਰਨ ਪਾਉਣੇ ਆ ਅਤੇ ਭੋਜਨ ਛਕਾਉਣਾ। ਸਤਿਗੁਰੂ ਇੱਕ ਨਗਰ ਹੈ, ਉੱਥੇ ਗਏ ਸੰਗਤਾਂ ਸਮੇਤ, ਜਥੇ ਸਮੇਤ। ਅਤੇ ਪਿੰਡ ਵਾਲਿਆਂ ਨੇ ਸਲਾਹ ਕੀਤੀ ਵੀ ਸਾਰੇ ਪਿੰਡ ਵਾਲਿਆਂ ਨੇ ਵਾਰੀ ਵਾਰੀ ਜਿੰਨੇ ਸਿੱਖਾਂ ਦੇ ਘਰ ਹੈ, ਗੁਰੂ ਸਾਹਿਬ ਨੂੰ ਘਰੇ ਲੈ ਕੇ ਆਉਣਾ ਸੰਗਤਾਂ ਸਮੇਤ ਅਤੇ ਭੋਜਨ ਛਕਾਉਣਾ। ਅਤੇ ਉਹ ਸਿੱਖ ਦਾ ਦਿਨ ਆਇਆ, ਉਹਦੀ ਵਾਰੀ ਆਈ। ਪਾਤਸ਼ਾਹ ਕਿਰਪਾ ਕਰੋ ਕੱਲ੍ਹ ਨੂੰ। ਹੁਣ ਚਾਅ ਆਏਗਾ, ਉਹਨੂੰ ਵੀ ਬੇਨਤੀ ਕਰਤੀ। ਪਾਤਸ਼ਾਹ ਕਹਿੰਦੇ ਠੀਕ ਆ। ਹੁਣ ਇੰਤਜ਼ਾਮ ਕਰਨ ਲੱਗਿਆ ਵੀ ਪੈਸਾ ਕਿੱਥੋਂ ਆਵੇ। ਪੈਸਾ ਕਰੇ ਹੈ ਨਹੀਂ, ਸੰਗਤ ਦਾ ਖਰਚਾ ਕਾਫੀ ਆ। ਜੇ ਮੈਂ ਗੁਰੂ ਕੀ ਸੰਗਤ ਨੂੰ ਭੋਜਨ ਨਹੀਂ ਛਕਾ ਸਕਦਾ ਤੇ ਉਦੋਂ ਤਾਂ ਮਰ ਜਾਵਾਂ। ਗ੍ਰਸਤੀ ਵਾਸਤੇ ਇਹ ਵੀ ਜ਼ਰੂਰੀ ਹੈ, ਦਰ 'ਤੇ ਆਇਆ ਭੁੱਖਾ ਨਹੀਂ ਮੁੜਨਾ ਚਾਹੀਦਾ। ਤਾਂ ਗੁਰੂ ਪਿਆਰਿਓ, ਉਹ ਹੁਣ ਖਿਆਲ ਕਰਨ ਲੱਗਿਆ ਵੀ ਪੈਸਾ ਕਿੱਥੋਂ ਆਵੇ। ਕੁਦਰਤੀ ਪਿੰਡ ਦੇ ਵਿੱਚ ਝੰਡੀ ਬੱਝੀ ਹੋਈ ਸੀ, ਭਾਵ ਘੋਲ ਬੱਝੇ ਹੋਏ ਸੀਗੇ। ਅਤੇ ਜਿਹੜਾ ਬੰਦਾ ਸਭ ਤੋਂ ਵੱਡੇ ਮੱਲ ਨੂੰ ਢਾਹ ਦਿੰਦਾ, ਜਿਹੜਾ ਵੀ ਮੱਲ ਉਹਨੂੰ ਉਸ ਵੇਲੇ 1000 500 100 ਜਿੰਨੀ ਵੀ ਝੰਡੀ ਬੰਨੀ ਹੋਈ ਸੀ ਉਹ ਦੇਣੀ ਸੀ। ਅਤੇ ਇਹ ਪਹਿਲਵਾਨ ਜਿਹੜਾ ਆਪਣਾ ਨੌਜਵਾਨ, ਇਹ ਗੁਰਸਿੱਖ ਕਦੇ ਘੁਲਿਆ ਤਾਂ ਨਹੀਂ ਸੀ, ਪਰ ਸਿੱਧਾ ਉਸ ਪਿੰਡ ਵਿੱਚ ਜਾ ਵੱਜਿਆ। ਕਾਫੀ ਘੋਲ ਦੇਖੇ ਅਤੇ ਜਦੋਂ ਵੱਡਾ ਘੋਲ, ਵੱਡਾ ਮੱਲ ਨਿਕਲਿਆ। ਆਪਣੇ ਇਲਾਕੇ 'ਚ ਇੱਕ ਬਿਜਲੀ ਮੱਲ ਹੁੰਦਾ ਸੀਗਾ, ਉਹ ਬੜਾ ਮਸ਼ਹੂਰ ਸੀਗਾ, ਉਹਦੇ ਨਾਲ ਹਰੇਕ ਨਹੀਂ ਸੀ ਘੁਲਦਾ। ਉਹ ਵੱਡਾ ਪਹਿਲਵਾਨ ਆ ਗਿਆ ਸਾਹਮਣੇ, ਕੱਪੜੇ ਲਾ ਕੇ, ਕਹਿੰਦੇ ਆਓ ਵੀ ਕਿਹੜਾ ਘੁਲਦਾ ਝੰਡੀ ਲੈਣ ਵਾਸਤੇ। ਅਤੇ ਕੋਈ ਉਹਦੇ ਸਾਹਮਣੇ ਜਾਣ ਨੂੰ ਤਿਆਰ ਨਾ। ਅਤੇ ਫਿਰ ਇਹ ਲਾ ਕੇ ਕੱਪੜੇ ਤਿਆਰ ਹੋ ਗਿਆ, ਪਤਲਾ ਜਿਹਾ ਹਲਕਾ ਜਿਹਾ ਸਰੀਰ। ਸਾਰੇ ਹੱਸਣ ਵੀ ਆ ਤਾਂ ਕਦੇ ਘੁਲਿਆ ਹੀ ਨਹੀਂ, ਇਹ ਕਿੱਥੋਂ ਢਾਲੂਗਾ ਇਸ ਨੂੰ। ਉਹ ਕਹਿੰਦੇ ਵੀ ਆ ਜਾ। ਉਹ ਕਹਿੰਦੇ ਮਰਨ ਮੁਰਨ ਦਾ ਇਰਾਦਾ ਤਾਂ ਨਹੀਂ ਤੇਰਾ ਕਿਤੇ, ਜੇ ਮਰਜ਼ੀ ਸਮਝ ਲਾ, ਜਾਂ ਤਾਂ ਢਾਹ ਕੇ ਜਾਊਂਗਾ ਜਾਂ ਮਰ ਜਾਊਂਗਾ। ਬਹੁਤ ਸਮਝਾਇਆ ਵੀ ਤੂੰ ਰਹਿਣ ਦੇ। ਨਹੀਂ ਨਹੀਂ, ਇਹ ਬੰਦਾ ਬਹੁਤ ਤਕੜਾ, ਲੱਤ ਬਾਂਹ ਤੋੜ ਦੂਗਾ। ਕਹਿੰਦੇ ਭਾਵੇਂ ਧੌਣ ਤੋੜ ਦੇ ਮੇਰੀ, ਮੈਂ ਘੁਲਣਾ ਇਹਦੇ ਨਾਲ। ਕਹੋ ਸਤਨਾਮ। ਉਹ ਕਹਿਣ ਲੱਗਿਆ ਵੀ ਗੱਲ ਕੀ ਹੋ ਗਈ ਯਾਰ, ਮੈਨੂੰ ਗੱਲ ਸਮਝਾ ਵੀ ਕਿਤੇ ਆਤਮ ਹੱਤਿਆ ਕਰਨ ਦਾ ਢੰਗ ਤਾਂ ਲੱਭਿਆ ਵੀ ਆਪੇ ਪਹਿਲਵਾਨ ਮਾਰ ਦੂਗਾ, ਮਰ ਜਾਵਾਂਗੇ ਪਰੇ। ਕਹਿੰਦੇ ਨਹੀਂ, ਐਸੀ ਗੱਲ ਨਹੀਂ ਹੈ। ਮੈਂ ਤੈਨੂੰ ਜਾਂ ਢਾਊਂਗਾ, ਝੰਡੀ ਲੈ ਜਾਊਂਗਾ, ਅਤੇ ਜਾਂ ਫਿਰ ਮੈਂ ਘਰੇ ਨਹੀਂ ਜਾਂਦਾ ਅੱਜ। ਉਹਨੂੰ ਪੁੱਛਦਾ ਵੀ ਗੱਲ ਕੀ ਆ। ਉਹ ਕਹਿੰਦਾ ਗੱਲ ਆਇਆ ਵੀ ਘਰੇ ਗੁਰੂ ਸਾਹਿਬ ਨੇ ਆਉਣਾ, ਸੰਗਤ ਨੇ ਆਉਣਾ, ਮੈਂ ਪ੍ਰਸ਼ਾਦਾ ਛਕਾਉਣਾ ਸੰਗਤ ਨੂੰ, ਅਤੇ ਮੈਨੂੰ ਮਾਇਆ ਦੀ ਲੋੜ ਹੈ, ਇਸ ਕਰਕੇ ਮੈਂ ਆ ਗਿਆ ਵੀ ਜਾਂ ਤਾਂ ਸੰਗਤ ਨੂੰ ਪ੍ਰਸ਼ਾਦਾ ਛਕਾਊਂਗਾ ਅਤੇ ਜਾਂ ਫਿਰ ਅੱਜ ਮਰ ਜਾਊਂਗਾ। ਮੈਂ ਜੇ ਪ੍ਰਸ਼ਾਦਾ ਹੀ ਨਹੀਂ ਛਕਾ ਸਕਦਾ ਫਿਰ ਮੈਨੂੰ ਜਿਉਣ ਦਾ ਕੀ ਹੱਕ ਹੈ ਗ੍ਰਸਤੀ ਬਣ ਕੇ। ਮਸਕੀਨੀਆਂ ਭਾਵ ਉਸ ਪਹਿਲਵਾਨ ਦਾ ਦਿਮਾਗ ਘੁੰਮ ਗਿਆ। ਉਹਦੇ ਅੰਦਰ ਜਿਹੜਾ ਹੰਕਾਰ ਸੀ ਨਾ, ਉੱਡਿਆ ਫਿਰਦਾ ਸੀਗਾ, ਉਹ ਵੀ ਸਾਰਾ ਖਤਮ ਹੋ ਗਿਆ। ਉਹ ਹੰਕਾਰ ਪਹਿਲਵਾਨ ਦੇ ਅੰਦਰੋਂ। ਐਸੀ ਗੁਰੂ ਦੀ ਗੱਲ ਦਿਮਾਗ 'ਚ ਬੜੀ ਵੀ ਯਾਰ ਹੈ, ਯਾਰ ਇੱਕ ਬੰਦਾ ਗੁਰੂ ਪਿੱਛੇ ਮਰਨ ਨੂੰ ਤਿਆਰ ਹੈ, ਕਮਾਲ ਹੋ ਗਈ। ਉਹ ਕਹਿੰਦਾ ਚੱਲ ਆ ਜਾ, ਘੁਲ ਗਏ। ਉਹਨੇ ਪਤਾ ਨਹੀਂ ਦਿਮਾਗ 'ਚ ਕੀ ਸੋਚਿਆ, ਕਹਿੰਦੇ ਆ ਜਾ ਘੁਲ ਲਾ, ਫਿਰ ਦੇਖ ਲੈਂਦੇ ਆ।
ਉਸ ਨੇ ਪੋਲੇ ਪੋਲੇ 2-4 ਹੱਥ ਮਾਰੇ, 1-2 ਵਾਰੀ ਉਹਨੂੰ ਡਿੱਗਿਆ, ਇੱਕ ਦੋ ਵਾਰੀ ਆਪ ਡਿੱਗਿਆ, ਅਖੀਰ 5ਵੀਂ-6ਵੀਂ ਵਾਰੀ ਆਪ ਹੀ ਲੰਬਾ ਪੈ ਗਿਆ। ਕਹੋ ਸਤਨਾਮ। ਤੇ ਉੱਤੇ ਬਹਿ ਗਿਆ, ਲੋਕਾਂ ਨੇ ਤਾੜੀ ਮਾਰਤੀ, ਢਾਤਾ। ਤੇ ਪਿੰਡ ਵਾਲਿਆਂ ਨੇ ਜਿਹੜੀ ਸੀਗੀ ਉਹ ਝੰਡੀ ਦੇ ਪੈਸੇ ਉਹ ਸਿੱਖ ਨੂੰ ਦੇਤੇ। ਪਰ ਅੱਜ ਉਸ ਪਹਿਲਵਾਨ ਨੂੰ ਜਿਹੜਾ ਆਨੰਦ ਆਇਆ ਨਾ ਢਹਿ ਕੇ, ਉਹ ਇਦੋਂ ਪਹਿਲਾਂ ਕਦੇ ਢਾਹ ਕੇ ਨਹੀਂ ਸੀ ਆਇਆ। ਕਹੋ ਸਤਨਾਮ। ਬਹੁਤ ਲੋਕ ਢਾਏ ਉਹਨੇ, ਬੜਾ ਉੱਡਿਆ ਫਿਰਦਾ ਸੀਗਾ, ਮੇਰੇ ਵਰਗਾ ਕਿਹੜਾ। ਬਾਹਰਲੇ ਦੇਸ਼ਾਂ ਦੇ ਵੱਡੇ ਵੱਡੇ ਮੋਟੇ ਪਹਿਲਵਾਨ ਉਹ ਇੱਕ ਵੱਡੀਆਂ ਗਿਫਟ ਜੇ ਦਿੰਦੇ ਆ, ਉਹਨਾਂ ਨੂੰ ਚੱਕ ਕੇ ਵਿਖਾਉਂਦੇ ਆ, ਦੇਖੋ ਵੀ ਢਾਤਾ। ਪਰ ਅੱਜ ਜਿਹੜਾ ਆਨੰਦ ਨੂੰ ਢਹਿ ਕੇ ਆਇਆ ਉਹ ਢਾਹ ਕੇ ਨਹੀਂ ਆਉਣਾ। ਕਹੋ ਸਤਨਾਮ। ਉਹ ਕਹਿੰਦਾ ਵੀ ਸਿੱਖਾਂ ਮੈਨੂੰ ਤੇਰੇ ਗੁਰੂ ਕੋਲੇ ਲੈ ਕੇ ਚੱਲ। ਜਿਹੜਾ ਅੱਜ ਰਸ ਮੈਨੂੰ ਆਇਆ ਨੇ, ਮੈਨੂੰ ਕਦੇ ਪਹਿਲਾਂ ਨਹੀਂ ਆਇਆ ਗਾ। ਤੇ ਉਹ ਸਿੱਖ ਤੇ ਉਹ ਪਹਿਲਵਾਨ ਦੋਨੇ 5ਵੇਂ ਪਾਤਸ਼ਾਹ ਕੋਲ ਆਏ, ਉੱਥੇ ਗੱਲਬਾਤ ਦੱਸੀ ਸਾਰੀ, ਨਾਲੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕੀਤਾ, ਉੱਥੇ ਉਹ ਪਹਿਲਵਾਨ ਵੀ ਲਿਆਂਦਾ ਗਿਆ, ਫਿਰ ਸਾਰੀ ਕਹਾਣੀ ਦੱਸੀ। ਫਿਰ ਪਾਤਸ਼ਾਹ ਨੇ ਉਸ ਪਹਿਲਵਾਨ ਨੂੰ ਵੀ ਗਲੇ ਲਾਇਆ, ਬਲਕਿ ਗਲੇ ਹੀ ਨਹੀਂ ਲਾਇਆ, ਉਹਨੂੰ ਅਮਰ ਕਰ ਦਿੱਤਾ, ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਮਸਕੀਨੀਆਂ ਦਾ ਅਰਥ ਮਤਲਬ ਹੈ ਨਿਮਰਤਾ ਵਾਲੀ ਗਰੀਬੀ। ਇਹ ਨਹੀਂ ਹੈ ਵੀ ਘਰੇ ਕੁਛ ਨਹੀਂ ਹੈਗਾ, ਸਭ ਕੁਛ ਹੈ, ਪਰ ਨਿਮਰਤਾ ਉਸ ਤੋਂ ਵੀ ਜ਼ਿਆਦਾ ਹੋਵੇ ਤਾਂ ਉਸ ਨੂੰ ਕਹਿੰਦੇ ਹਨ ਮਸਕੀਨੀਆਂ। ਗਰੀਬ ਮਸਕੀਨ ਨੂੰ ਬਹੁਤ ਸੁਖੀ ਕਰਦੇ ਹਨ। ਫਿਰ ਆਦ ਪਰਮੇਸ਼ਰ ਬੜੀ ਕਿਰਪਾ ਕਰਦਾ ਹੈ ਉਹਨਾਂ ਤੇ। ਸੱਚ ਬੋਲੋ ਸੁਖ ਦੀਪ ਬਡੇਰਾ, ਤਜੋ ਦੂਰ ਦੁਖ ਦਾਇ ਹਨੇਰਾ। ਤਾਂ ਅਗਲਾ ਗੁਣ ਹੈ ਸੱਚ ਬੋਲਣਾ। ਸਿੱਖ ਅਧਿਕਾਰੀ ਕਿਵੇਂ ਬਣੂਗਾ? ਨੋਟ ਕਰ ਲਓ ਜਿੰਨੇ ਵੀ ਪੁਆਇੰਟ ਹੈ। ਜੇ ਕੋਈ ਪੁਆਇੰਟ ਸਾਡੇ ਜੀਵਨ 'ਚ ਹੈ ਨਹੀਂਗਾ, ਉਹਨੂੰ ਐਡ ਕਰੋ, ਉਹਨੂੰ ਗ੍ਰਹਿਣ ਕਰੋ ਜੀਵਨ ਦੇ ਵਿੱਚ। ਸੱਚ ਬੋਲਣਾ ਸ਼ੁਰੂ ਕਰੋ। ਸੱਚ ਬੋਲਣ 'ਚ ਬੜਾ ਸੁੱਖ ਹੈ। ਤੁਸੀਂ ਕੋਈ ਘਰਦਿਆਂ ਤੋਂ ਗੱਲ ਲੁਕਾਉਣੇ ਹੋ, ਉਹ ਲੁਕਦੀ ਨਹੀਂ। ਇੱਕ ਝੂਠ ਛਪਾਉਣ ਵਾਸਤੇ ਹਜ਼ਾਰਾਂ ਝੂਠ ਮਾਰ ਲਓ, ਫਿਰ ਵੀ ਖਤਰਾ ਬਣਿਆ ਰਹੂਗਾ। ਕਹੋ ਸਤਨਾਮ। ਬਈ ਜੇ ਕਿਤੇ ਝੂਠ ਪ੍ਰਗਟ ਹੋ ਗਿਆ, ਬੜੀ ਭੈੜੀ ਹੋਣੀ ਹੈ। ਇਸ ਕਰਕੇ ਸੱਚ ਇੱਕ ਵਾਰੀ ਕਹਿਣਾ ਪੈਣਾ। ਸੱਚ ਤਾਂ ਸੱਚ ਹੀ ਹੈ, ਭਾਵੇਂ 20 ਲੋਕ ਆ ਕੇ ਦੱਸ ਦੇਣ ਤਾਂ ਵੀ ਉਹ ਸੱਚ ਨੇ, ਸੱਚ ਹੀ ਰਹਿਣਾ, ਕੋਈ ਖਤਰਾ ਨਹੀਂ। ਹੁਣ ਇੱਕ ਵਾਰੀ ਕਹਿਣਾ ਪੈਣਾ ਸੱਚ। ਇਸ ਕਰਕੇ ਸੱਚ ਬੋਲੋ। ਸੱਚ ਬੋਲਣ ਵਿੱਚ ਬੜਾ ਸੁੱਖ ਹੈ। ਤਜੋ ਕੂੜ ਦੁਖਦਾਈ ਘਨੇਰਾ, ਝੂਠ ਤਿਆਗ ਦਿਓ ਜੋ ਦੁਖਦਾਈ ਹੈ। ਮੈਤਰੀ ਭਾਵ ਪਰ ਸੁਖ ਪਿਕ, ਤਪ ਤੋ ਪੁਰ ਨਾਹੀ, ਪਾਪ ਬਿਅਰਥ ਹੋਤ ਸਿਰ ਤਾਹੀ। ਔਰ ਜਿਹੜਾ 6ਵਾਂ ਗੁਣ ਹੈ ਉਹ ਹੈ ਮੈਤਰੀ ਭਾਵ। ਮੈਤਰੀ ਭਾਵ ਕੀ ਆ? ਮਿੱਤਰਤਾ। ਮਿੱਤਰ ਨੂੰ ਦੇਖ ਕੇ ਖੁਸ਼ ਹੁੰਦਾ ਹੈ ਨਾ। ਮਿੱਤਰ ਨੇ ਨਵੀਂ ਕੋਠੀ ਪਾਈ, ਮਿੱਤਰ ਨੇ ਕੋਈ ਨਵੀਂ ਚੀਜ਼ ਲਿਆਂਦੀ ਤੇ ਮਿੱਤਰ ਵਧਾਈਆਂ ਦਿੰਦੇ ਆ, ਵਾਹ ਬਈ ਵਾਹ, ਵਧਾਈਆਂ ਹੋਣ ਤੈਨੂੰ। ਇਹੋ ਜਿਹਾ ਮੈਤਰੀ ਭਾਵ ਸਾਰਿਆਂ ਨਾਲ ਹੀ ਰੱਖੋ। ਕਿਸੇ ਨੂੰ ਵੇਖ ਕੇ, ਕਿਸੇ ਦੇ ਸੁੱਖ ਨੂੰ ਦੇਖ ਕੇ ਈਰਖਾ ਨਾ ਕਰੋ। ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਤਪੋ ਨਾ ਐਵੇਂ। ਪਾਪ ਬੇਅਰਥ ਹੋਠ ਸਿਰ, ਤਾਂ ਹੀ ਉਹਦੇ ਸਿਰ ਤੇ ਐਵੇਂ ਪਾਪ ਚੜੀ ਜਾਂਦਾ। ਨਰ ਅਚੇਤ ਪਾਪ ਦੇ ਡਰ ਰਹੇ। ਤੂੰ ਉਹ ਪਾਪ ਕਰ ਰਿਹਾ ਜਿਹੜਾ ਸੋਚਿਆ ਵੀ ਨਹੀਂ, ਪਰ ਤੇਰੇ ਅੰਦਰ ਉਹ ਐਡ ਹੋ ਰਿਹਾ, ਤੇਰੇ ਲੇਖੇ ਜੋਖੇ 'ਚ ਪੈ ਰਿਹਾ। ਇਸ ਕਰਕੇ ਮੈਤਰੀ ਭਾਵ ਰੱਖੋ ਸਾਰਿਆਂ ਨਾਲ। ਇਕ ਤੋ ਜਿਦਾ ਤਪੇ ਦੁਖ ਪਾਵੈ, ਦੇਖੋ ਭਲੇ ਕੁਛ ਹੱਥ ਨਾ ਆਵੈ। ਇੱਕ ਤਾਂ ਦੇਖੋ ਦੂਜੇ ਨੂੰ ਦੇਖ ਕੇ ਈਰਖਾ ਕਰਾਂਗੇ ਤਾਂ ਸਾਡੇ ਅੰਦਰ ਸਾੜ ਜਾ ਪੈਣ ਲੱਗ ਜੂਗਾ। ਇਹ ਗਵਾਂਢੀ ਯਾਰ ਇੰਨਾ ਤਕੜਾ ਕਿਵੇਂ ਹੁੰਦਾ ਜਾਂਦਾ, ਇਹਨੇ ਕਿਹੜੀ ਲਾਟਰੀ ਲੱਗ ਗਈ ਇਸ ਦੀ, ਆਪਾਂ ਸੜੀ ਜਾਵਾਂਗੇ, ਮਿਲਣਾ ਕੱਖ ਵੀ ਨਹੀਂ ਉਹਦੇ 'ਚੋਂ। ਕੋਈ ਦੇਣ ਤਾਂ ਲੱਗਿਆ ਨਹੀਂ ਆਪਾਂ ਨੂੰ ਲਿਆ ਕੇ, ਆਪਾਂ ਸੜੀ ਜਾਵਾਂਗੇ, ਉਹਨੂੰ ਕੋਈ ਫਰਕ ਨਹੀਂ ਪੈਣਾ। ਇਸ ਕਰਕੇ ਈਰਖਾ ਕਰਨੀ ਕਿੰਨੀ ਮਾੜੀ ਹੈ। ਪਿੱਖੋਂ ਭਲੇ ਕੁਛ ਹੱਥ ਨਾ ਆਵੇ। ਜਿੰਨਾ ਮਰਜ਼ੀ ਤੁਸੀਂ ਈਰਖਾ ਕਰੀ ਚੱਲੋ, ਮਿਲਣਾ ਕੁਛ ਨਹੀਂ। ਪਰਮੇਸ਼ਰ ਕੋਪ ਕਰੰਤਾ, ਮੋਹਿ ਦਿਓ ਵਿਕ ਇਹ ਜਰੰਤਾ। ਟਰੱਕਾਂ ਦੇ ਮਗਰ ਲਿਖਿਆ ਹੁੰਦਾ ਦਿੰਦਾ ਰੱਬ ਸੜਦਾ ਜੱਗ। ਕਹੋ ਸਤਨਾਮ। ਕਹਿੰਦੇ ਰੱਬ ਵੀ ਉਸ ਤੇ ਗੁੱਸਾ ਕਰਦਾ। ਮੈਂ ਦਿੱਤਾ ਤਾਂ ਮੈਂ ਆ, ਤੇ ਤੂੰ ਕਿਉਂ ਸੜਦਾ ਵੀ ਇਸ ਤੇ? ਤੈਨੂੰ ਵੀ ਮਿਲ ਜੂਗਾ, ਤੂੰ ਵੀ ਕੰਮ ਕਰਿਆ ਕਰ, ਤੂੰ ਵੀ ਕਰਮ ਕਰਿਆ ਕਰ। ਭਾਈ ਸਾਹਿਬ ਜੀ ਕਹਿੰਦੇ ਖੁਦ ਵੀ ਦੁਖੀ ਹੋ ਜਾਂਦਾ, ਰੱਬ ਦਾ ਗੁੱਸਾ ਵੀ ਸੇੜ ਲੈਂਦਾ। ਪੁੰਨ ਪਰਮੇਸ਼ਰ ਕੋਪ ਕਰੰਤਾ। ਪਰਮੇਸ਼ਰ ਕਹਿੰਦਾ ਇਹਨੂੰ ਦੇਣ ਵਾਲਾ ਮੈਂ ਆ, ਤੈਨੂੰ ਕਾਹਦਾ ਗੁੱਸਾ ਬਈ? ਤੂੰ ਵੀ ਕਰ, ਰੱਬ ਤੈਨੂੰ ਵੀ ਦੇਊਗਾ। ਕਹੋ ਸਤਨਾਮ। ਖੈਰ ਇੱਕ ਛੋਟੀ ਜਿਹੀ ਮੈਂ ਕਹਾਣੀ ਸੁਣਾਵਾਂ। ਕਈ ਵਾਰੀ ਕਿਸੇ ਨੇ ਤਪੱਸਿਆ ਕਰਕੇ ਉਹਦਾ ਫਲ ਵੀ ਸਹੀ ਢੰਗ ਨਾਲ ਨਹੀਂ ਲਿਆ ਗਿਆ।
3 जने माँ पुत ते प्यो, ये तिन्ने जने तपस्या करन बैठ गए शिव जी दी। ते गुरु प्यारिओ, जंगल दे विच एक राजा आया। राजे ने एक सुंदर इस्त्री नूं बैठे देखिया ते राजा धक्के दे नाल उस इस्त्री नूं चक के लै गया। उहदे प्यो ने तपस्या कीती सी। उहनूं आके शिव जी कहना भी बोल की चाहिदा। हुण उहदा ख्याल तां सारा घर वाली च पिया सीगा भी राजा धक्के नाल लै गया। वो कहना इदां कर, मेरी घर वाली नूं सूरी बना दे। कहो सतनाम। वो राजे दे घोड़े दे मगर बैठी आ, उहनूं सूरी बना दे। कहना तथास्तु। वो सूरी बन गई। किते राजा पुट्ठा मुड़ के झाकिया भी आह की सलेडा यार, मैं फड़ी तो बुढ़ी सी, बैठी सूरी आ मगर। कहो सतनाम। वो ला के उत्थे डरदा भज गया। उसनूं वो पुट्ठी मुड़ के आई ते दूजे पासे पुत्र दी जिहड़ी सीगी वो भगती पूरी हो गई सी। शिव जी उहनूं कहना भी तैनूं की चाहिदा? कहना कुछ नहीं चाहिदा, मेरी माँ नूं पहला वर्गी कर दे। कहो सतनाम। तो तपस्या कीती हुई खराब कर ली। ईरखा बस एक मनुख ने तपस्या की शिव जी दी, शिव जी नूं खुश किया। कहना बोल की चाहिदा, पर पहला सुन ला, जो तू मंगेगा तेरे गवांढी दे दुगना होवेगा। वो मंगी जिहड़ा तैनूं गुस्सा ना होवे। तैनूं मैं दे दूँगा पर तेरे गवांढी नूं डबल देऊँगा। कहना ये तो टेढ़ा ही काम है, भगती मैं की है, मिलूगा गवांढी नूं, इहदा की मतलब होया? कहना भी देख ला, तेरी भगती का फल मैं देन आया, लैण तो ले ला। कहना भी इदां कर, साडे बाग च खूह पट दे। कहो सतनाम सी। साडे बाग च वड्डा सारा खूह पट दे टोहा। कहंदा तथास्तु, पट दिने। हुण टोहा पटता, इधर एक पट्टा गया, उधर 2 पट्टे गए। कहो सतनाम सी। ते दूजे जवाक नूं कहना भी तू की मंगना? कहना मेरी कखन नहीं करते, गवांढी दोने हो जाण। इदां करन दे नाल कुछ भी नहीं हो सकता। तपस्या करके उसदा फल लेना भी बहुत मुश्किल है। इस करके ईर्खा किसी नाल नहीं करनी, मैत्री भाव रखना है। पाप व्यर्थ होड़ सिर ताही, जिहड़ा ईर्खा करदा है निंदा भली किसै की नाही, मनमुख मुग्ध करन। एक तो रिदा तपे दुख पावै, पिखों भले कुछ हाथ न आवे। जिन्ना मर्जी ईर्खा करके देख लो कख नहीं मिलना। ते दूजा परमेश्वर का गुस्सा सहेड़ लोगे। मोहे दियो एह पिख एह जनंता मेरा दिते हुए नो, ये वेख के क्यों सड़दा है जी। त्यागने जोग परम इतिहास इसमें कौतुक संतोख, लालच तजे धरे संतोख। हुण ये सी चीज़ां ग्रहण करन वालियां 6 गुण। गां त्यागण वालियां गल्लां किहड़ियां किहड़ियां, ये आपां कल नूं सरवण करांगे। हुण इत्थे रोकण दी आग्या बख्शो, समा समाप्ति ते आ। हे अच्युत हे पार ब्रह्म अविनाशी अग, हे पूरन हे सर्व मैं, हे संगी हे निरंकार हे निर्गुण, हे गोविंद हे गुण निधान, हे अपरंपर हर हरे, हे संत कै सदा संग, हे ठाकुर हों दासरो, नानक दीजै नाम दान, आए प्रभ शरणागति, एक अखर हर मन बसत, एक ओंकारा सतगुरु, वाहिगुरु जी की फतेह है, वाहिगुरु जी की फतेह है, वाहिगुरु जी का खालसा, वाहिगुरु जी की फतेह।